ਸਾਰਿਆਂ ਦਾ ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਅੱਜ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਤੇ ਆਪਾਂ ਸਾਰੇ ਇਕੱਠੇ ਹੋਏ ਆ, ਕਿਉਂਕਿ ਇਹ ਸਾਰਾ ਮਾਮਲਾ ਜਿਹੜਾ ਹੈ, ਚਾਹੇ ਇਹ ਹਾਦਸਾ ਤਾਂ ਜ਼ਰੂਰ ਮਾਝੇ 'ਚ ਵਾਪਰਿਆ, ਮਗਰ ਇਹਦੇ ਰੀਪਰਕਸ਼ਨ, ਇਹਦਾ ਅਸਰ ਔਰ ਇਹ ਬੜੇ ਦੇਰ ਤੋਂ ਹੋਣ ਨੂੰ ਇਹ ਹਾਦਸਾ ਬੈਠਿਆ ਸੀਗਾ। ਇਟ ਵਾਸ ਵੇਟਿੰਗ ਟੂ ਹੈਪਨ। ਅੱਜ ਨਹੀਂ, ਬੜੇ ਦਿਨਾਂ ਤੋਂ ਇਸ ਗੱਲ ਦੀ ਚਰਚਾ ਚੱਲਦੀ ਸੀ। ਔਰ ਮੈਂ ਆਪਣੀ ਇਹ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ 100 ਤੋਂ ਵੱਧ, ਔਰ ਠੀਕ ਹੈ ਤੁਹਾਡਾ ਸਰਕਾਰੀ ਫਿਗਰ ਹਲੇ 86 ਦੱਸ ਰਿਹਾ ਜਾਂ 83 ਦੱਸ ਰਿਹਾ, ਮਗਰ ਜਿਹੜੀ ਡੈਥਸ ਹੋਈਆਂ ਨੇ ਉਹ 100 ਤੋਂ ਜ਼ਿਆਦਾ ਹੋਈਆਂ। ਐਡਮਿਨਿਸਟ੍ਰੇਸ਼ਨ ਕਈ ਥਾਵਾਂ ਤੇ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਫਿਗਰਸ ਨੂੰ। ਇਸ ਲਈ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਪਰਿਵਾਰਾਂ ਨਾਲ, ਉਹ ਗਰੀਬ ਪਰਿਵਾਰਾਂ ਨਾਲ, ਲੋੜਵੰਦ ਪਰਿਵਾਰਾਂ ਨਾਲ, ਸਾਡੇ ਪੰਜਾਬੀ ਭਰਾਵਾਂ ਨਾਲ, ਭੈਣਾਂ ਨਾਲ ਜਿੱਥੇ ਦੁੱਖ ਸਾਂਝਾ ਕਰਦਾ ਹੈ ਕਿ ਐਡਾ ਵੱਡਾ ਇਹ ਕਾਂਗਰਸ ਦੀ ਮੈਨ ਮੇਡ ਜਿਹੜੀ ਟ੍ਰੈਜੇਡੀ ਹੈ, ਉਹਦੇ ਬਾਰੇ ਅੱਜ ਆਪਾਂ ਨੂੰ ਇੱਥੇ ਇਕੱਠੇ ਹੋ ਕੇ ਇਹਦੇ ਬਾਰੇ ਵਿਚਾਰ ਕਰਨਾ ਪੈ ਰਿਹਾ। ਜਿੱਥੇ ਸਭ ਤੋਂ ਪਹਿਲਾਂ ਮੈਂ ਅਫਸੋਸ ਜ਼ਾਹਿਰ ਕਰਦਾ, ਦੁੱਖ ਸਾਂਝਾ ਕਰਦਾ, ਪਰਮਾਤਮਾ ਦੇ ਚਰਨਾਂ 'ਚ ਇਹ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ, ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਸਾਕ ਸੰਬੰਧੀਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ, ਕਿਉਂਕਿ ਬਹੁਤ ਹੀ ਦੁਖਦਾਈ ਉਹ ਸੀਨ ਹੈ। ਤੁਸੀਂ ਕਈ ਪਰਿਵਾਰਾਂ 'ਚ ਸ਼ਾਇਦ ਗਏ ਨਹੀਂ, ਜਾ ਕੇ ਵੇਖਿਓ ਐਡੀ ਗਰੀਬੀ, ਔਰ ਜਿਹੜਾ ਉਹਨਾਂ ਦਾ ਕਮਾਉਣ ਵਾਲਾ ਬੰਦਾ ਸੀ ਉਹ ਇਹ ਸੰਸਾਰ ਤੋਂ ਚਲੇ ਗਿਆ। ਔਰ ਇਹ ਮੈਂ ਜਿਹੜੀ ਗੱਲ ਅੱਜ ਆ ਰਿਹਾ ਜਿਸ ਗੱਲ ਤੇ, ਦੇਖੋ ਅੱਜ ਦੁਬਾਰ ਤੋਂ ਮੁੱਖ ਮੰਤਰੀ ਸਾਹਿਬ ਇਹਦੇ ਲਈ ਸਿੱਧੇ ਤੇ ਸਿੱਧੇ, ਜੇ ਕੋਈ ਬੰਦਾ ਜ਼ਿੰਮੇਵਾਰ ਹੈ ਤੇ ਉਹ ਮੁੱਖ ਮੰਤਰੀ ਸਾਹਿਬ ਹੈ ਤੇ ਉਹਨਾਂ ਦੀ ਕਾਂਗਰਸ ਪਾਰਟੀ ਆ ਤੇ ਉਹਨਾਂ ਦੇ ਐਮਐਲਏ ਤੇ ਵਜ਼ੀਰ ਨੇ, ਕੋਈ ਇਹਦੇ 'ਚ ਹੋਰ ਜ਼ਿੰਮੇਵਾਰ ਨਹੀਂ। ਅੱਜ ਇੱਕ ਡਰਾਮਾ ਰਚਿਆ ਗਿਆ ਕਿ ਜੀ ਆ 6 ਅਫਸਰ ਸਸਪੈਂਡ ਕਰਤੇ। ਉਹਨਾਂ ਅਫਸਰਾਂ ਦਾ ਕਾਹਦਾ ਦੋਸ਼ ਕੱਢੋਗੇ ਤੁਸੀਂ? ਉਹ ਅਫਸਰਾਂ ਨੂੰ ਲਾ ਕੌਣ ਰਿਹਾ ਸੀ? ਉਹ ਅਫਸਰਾਂ ਦੀ ਅਪਾਇੰਟਮੈਂਟ ਕੌਣ ਕਰ ਰਿਹਾ ਸੀਗਾ? ਕੁਝ ਸਮਾਂ ਪਹਿਲਾਂ ਹੀ ਤੁਹਾਡੇ ਕੋਲ ਉਹ ਆਈ ਸੀ, ਇੱਕ ਐਸਐਚਓ ਦੀ ਵੀਡੀਓ ਵਾਇਰਲ ਹੋਈ ਸੀ, ਜਿੱਥੇ ਉਹਨੇ ਹਰਮਿੰਦਰ ਗਿੱਲ ਨੂੰ ਚੈਲੰਜ ਕੀਤਾ ਸੀਗਾ ਕਿ ਹਰਮਿੰਦਰ ਗਿੱਲ ਨੂੰ ਇਹ ਕਿਹਾ ਸੀਗਾ, ਹਰਮਿੰਦਰ ਗਿੱਲ ਉਹਨੂੰ ਕਹਿੰਦਾ ਸੀ ਕਿ ਤੂੰ ਜਾਣਦਾ ਨਹੀਂ ਮੈਂ ਕੌਣ ਆ, ਤੂੰ ਐਮਐਲਏ ਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ। ਤੇ ਜਿਹੜੀ ਉਹ ਸਤਿ ਸ੍ਰੀ ਅਕਾਲ ਦੀ ਚਰਚਾ ਬੜੀ ਚੱਲੀ ਸੀ ਕਿ ਇਹ ਕਿਹੜੀ ਸਤਿ ਸ੍ਰੀ ਅਕਾਲ ਬੁਲਾਉਣਾ ਚਾਹੁੰਦਾ। ਸਤਿ ਸ੍ਰੀ ਅਕਾਲ ਇੱਥੇ ਸਾਡੇ ਮਾਝੇ 'ਚ ਉਹੀ ਚੱਲ ਰਹੀ ਹੈ ਕਿ ਜਿਹੜਾ ਸਤਿ ਸ੍ਰੀ ਅਕਾਲ ਉਹ ਜਿਹੜੀ ਕਾਂਗਰਸ ਦੇ ਇਸ਼ਾਰੇ ਤੇ, ਇਹਨਾਂ ਦੇ ਲੀਡਰਾਂ ਦੇ ਇਸ਼ਾਰੇ ਤੇ ਕੰਮ ਕਰੇ ਤੇ ਉਹਦੀ ਤਾਂ ਸਤਿ ਸ੍ਰੀ ਅਕਾਲ ਮੰਨੀ ਜਾਊਗੀ, ਤੇ ਜੇ ਉਹਨਾਂ ਦੇ ਇਸ਼ਾਰੇ ਤੇ ਕੰਮ ਨਾ ਕਰੇ ਉਹਨਾਂ ਕਿਸੇ ਦੀ ਸਤਿ ਸ੍ਰੀ ਅਕਾਲ ਨਹੀਂ ਮੰਨੀ ਜਾਊਗੀ। ਅੱਜ ਉਹ ਐਸਐਚਓ ਵੀ ਅਖੀਰ 'ਚ ਹਰੀਕੇ ਤੋਂ ਟ੍ਰਾਂਸਫਰ ਕਰਤਾ ਗਿਆ। ਜ਼ਰੂਰ 15-20 ਦਿਨ ਦਿੱਤੇ ਗਏ, ਮਗਰ ਅਖੀਰ 'ਚ ਉਹਦੀ ਟ੍ਰਾਂਸਫਰ ਹੋ ਗਈ। ਮੈਂ ਜਿਹੜੀ ਗੱਲ ਤੇ ਆ ਰਿਹਾ ਕਿ ਵੇਖੋ ਹੋ ਕੀ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਕੱਲ ਦਾ ਇੱਕ ਡੰਬਰ ਰਚਿਆ ਹੋਇਆ ਕਿ ਬੜੀਆਂ ਰੇਡਾਂ ਹੋਈਆਂ ਜੀ, ਝਿਲਮਿਲ ਢਾਬੇ 'ਚ ਰੇਡ ਹੋਈ, ਫਲਾਣੀ ਥਾਂ ਰੇਡ ਹੋਈ। ਯਾਰ ਕਮਾਲ ਹੋ ਗਈ, ਹਾਦਸਾ ਤਾਂ ਵਾਪਰਿਆ ਬਾਰਡਰ ਦੇ ਇਲਾਕੇ 'ਚ। ਇਹ ਜਿਹੜੀ ਸ਼ਰਾਬ ਦੀ ਚਰਚਾ ਚੱਲ ਰਹੀ ਹੈ, ਆਫਟਰ ਆਲ ਇਹ ਸ਼ਰਾਬ ਹੈ ਕਿਹੜੀ? ਇਹ ਬਾਰ-ਬਾਰ ਜ਼ਿਕਰ ਆ ਰਿਹਾ ਕਿ ਜਿਹੜੀ ਫੈਕਟਰੀਆਂ 'ਚੋਂ ਐਕਸਟਰਾ ਨਿਊਟਰਲ ਐਲਕੋਹਲ ਜਿਹੜੀ ENA ਨਿਕਲਦੀ ਹੈ, ਜਿਹਦੀ ਅਸਲ 'ਚ ਤਾਂ ਐਵਰੀਥਿੰਗ ਇਜ਼ ਅਕਾਊਂਟਡ ਫॉर, ਮਗਰ ਉਹਦੀ ਅਕਾਊਂਟਿੰਗ ਨਹੀਂ ਹੋ ਰਹੀ, ਸ਼ਰੇਆਮ ਨੰਬਰ 2 'ਚ ਵੇਚਿਆ ਜਾ ਰਿਹਾ। ਔਰ ਇਹਦੇ 'ਚ ਕਈ ਡਿਸਟਿਲਰੀਆਂ ਔਰ ਕਈ ਵੱਡੇ ਕਾਂਗਰਸ ਦੇ ਲੀਡਰ ਰਲ ਮਿਲ ਕੇ, ਕਿਉਂਕਿ ਦੇਖੋ ਸਿੱਧੇ ਤੇ ਸਿੱਧੇ ਐਕਸਾਈਜ਼ ਦੀ ਚੋਰੀ ਹੈ। ਇੱਕ ਬੋਤਲ ਤੇ ਸਿੱਧਾ 90% ਦਾ ਟੈਕਸ ਲੱਗ ਜਾਂਦਾ ਜਿਹੜਾ ਐਕਸਾਈਜ਼ ਨੂੰ, ਸਰਕਾਰ ਨੂੰ ਜਾਣਾ ਸੀ। ਤੇ ਜੇ ਤੁਸੀਂ ਉਹਦੀ ਖੁਰਦ-ਬੁਰਦ ਕਰ ਦਿਓ, ਆਪ ਦਾ ਗੋਰਖ ਧੰਦਾ ਚਲਾ ਲਓ, ਤੇ ਤੁਹਾਨੂੰ ਉਹ 90% ਪੈਸੇ ਐਕਸਾਈਜ਼ ਨੂੰ ਨਹੀਂ ਦੇਣੇ ਪੈਂਦੇ, ਤੁਹਾਨੂੰ 100% ਪ੍ਰੋਫਿਟ ਮਿਲਦਾ। ਇਹ ਕੰਮ ਬੜੇ ਜ਼ੋਰਾਂ ਤੇ ਚੱਲ ਰਿਹਾ ਸੀ। ਔਰ ਇਸੇ ਲਈ ਪਿਛਲੇ ਸਮੇਂ 'ਚ ਤੁਸੀਂ ਵੇਖਿਆ ਵੀ ਸੀ, ਚਾਹੇ ਉਹ ਰੋਪੜ ਜ਼ਿਲ੍ਹੇ 'ਚ ਕਰਫਿਊ ਦੌਰਾਨ, ਨਾਟ ਈਵਨ ਲਾਕਡਾਊਨ, ਜਦੋਂ ਕਰਫਿਊ ਸੀ, ਉਹਨਾਂ ਦਿਨਾਂ 'ਚ ਠੇਕੇ 'ਚੋਂ ਕਿਵੇਂ ਸ਼ਰਾਬ ਵਿਕ ਰਹੀ ਸੀ। ਜਿਹੜੀ SDM ਸਾਹਿਬਾਂ ਨੇ ਦਰਸ਼ਨ ਲਾਲ ਮੰਗੂਪੁਰ ਦੇ ਭਤੀਜੇ ਤੇ ਰੇਡ ਕੀਤਾ, ਅੱਜ ਉਹ SDM ਦੀ ਟ੍ਰਾਂਸਫਰ ਹੋ ਗਈ ਹੈ, ਉਹਨੂੰ ਖੁੱਡੇ ਲਾਈਨ ਲਾਤਾ, ਉਹ SDM ਰੋਪੜ ਨਹੀਂ ਰਹੀ ਹੈ। ਇਹ ਤੋਂ ਸਪਸ਼ਟ ਹੋ ਗਿਆ ਕਿ CM ਹਾਊਸ ਆਪ ਨਹੀਂ ਚਾਹੁੰਦਾ कि असल दोषी फड़े जाए, जबकि एवरीथिंग वाज वीडियो रिकॉर्डेड। फिर खन्ने की गल सामने आई
ਉਹਦੇ 'ਚ ਵੀ ਕੋਈ ਕਾਰਵਾਈ ਨਹੀਂ ਹੋਈ। ਫਿਰ ਰਾਜਪੁਰੇ ਦੀ ਗੱਲ ਸਾਹਮਣੇ ਆਈ, ਜਿੱਥੇ ਅਮਰੀਕ ਸਿੰਘ ਸਰਪੰਚ ਦੀ ਘਰ ਵਾਲੀ ਜ਼ਿਲ੍ਹਾ ਪਰਿਸ਼ਦ ਮੈਂਬਰ ਹੈ, ਜਿਹਦੀ 2 MLA ਤੋਂ ਸਿੱਧੀ ਸਾਠਗਾਠ ਹੈ, ਨੇੜਤਾ ਹੈ। ਉਸ ਫੈਕਟਰੀ ਦਾ ਚਰਚਾ ਹੋਇਆ ਕਿ ਉਹ ਸ਼ਰਾਬ ਹਰਿਆਣੇ ਤੱਕ ਵਿਕੀ ਹੈ, ਹਰਿਆਣੇ ਤੱਕ ਉਹਦਾ ਰੌਲਾ ਪਿਆ। ਔਰ ਅਖੀਰ 'ਚ ਤੁਸੀਂ ਦੇਖਿਆ ਹੀ ਹੈ ਕਿ ਚਾਹੇ ਉਹ ਲੁਧਿਆਣੇ 'ਚ ਜੌਨੀ ਵਾਕਰ ਸ਼ਰਾਬ ਬਣਦੀ ਸੀ। ਮਤਲਬ ਮੇਰਾ ਕਹਿਣ ਦਾ ਭਾਵ ਕਿ ਲੋਕਡਾਊਨ 'ਚ ਇਸ ਮਹਾਮਾਰੀ ਦੇ ਸਮੇਂ 'ਚ ਪੰਜਾਬ ਦੇ ਲੋਕੀ, ਦੁਨੀਆ ਭਰ ਦੇ ਲੋਕੀ ਸਫਰ ਕੀਤਾ। ਦੇ ਹੈਵ ਸਫਰਡ, they have incurred big losses, loss of human life, loss of personal wealth, loss of ਕਾਰੋਬਾਰ, loss of jobs। ਕਈਆਂ ਨੂੰ ਸਕੂਲ ਫੀਸ ਨਹੀਂ ਦਿੱਤੀ ਜਾ ਰਹੀਆਂ। ਸਭ ਨੂੰ ਮਹਾਮਾਰੀ ਦਾ ਸਾਹਮਣਾ ਕਰਨਾ ਪਿਆ, ਸਿਵਾਏ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਕਾਂਗਰਸ ਪਾਰਟੀ ਤੋਂ। ਔਰ ਤੁਸੀਂ ਵੱਡੀ ਗੱਲ ਵੇਖੋ ਕਿ ਕੈਬਨਿਟ ਤੱਕ ਰੌਲਾ ਪੈ ਗਿਆ। ਔਰ ਜਿਹੜੀ ਗੱਲ ਮੈਂ ਕਰ ਰਿਹਾ ਕਿ 5600 ਕਰੋੜ ਦਾ ਪਹਿਲਾਂ ਤਾਂ ਆਪਾਂ ਲਾਸ ਦੀ ਗੱਲ ਕਰ ਰਹੇ ਸੀ, ਅੱਜ 100 ਤੋਂ ਵੱਧ ਪ੍ਰੈਸ਼ੀਅਸ ਹਿਊਮਨ ਲਾਈਫ, ਬੇਕਸੂਰ ਲੋਕ, ਮਿਹਨਤਕਸ਼ ਲੋਕ, ਜਿਹੜੀ ਕਰੋਨਾ ਤੋਂ ਲੜਦੇ ਲੜਾਉਂਦੇ ਦਿਹਾੜੀ ਕਰਕੇ ਆਪਦੀ ਪਰਿਵਾਰ ਦੀ ਪਾਲਣ ਪੋਸ਼ਣ ਕਰ ਰਹੇ ਸੀ, ਅੱਜ ਉਹ ਵੀ ਚਲੇ ਗਏ। ਔਰ ਤੁਸੀਂ ਹੈਰਾਨ ਹੋਗੇ ਜਿੱਦਣ ਪਹਿਲੇ ਦਿਨ ਇਹ ਸਾਰਾ ਇਨਸੀਡੈਂਟ ਸਾਹਮਣੇ ਆਇਆ ਹੈ, ਇਹ ਮੁੱਛਲ ਪਿੰਡ ਹੈ ਜਿਹੜਾ ਜੰਡਿਆਲਾ ਗੁਰੂ ਹਲਕਾ, ਉਹਦੇ ਚੋਂ ਸਾਹਮਣੇ ਆਇਆ। ਮੈਂ ਆਪ ਅਖੀਰ 'ਚ ਮੈਨੂੰ ਪਿੰਡ ਵਾਲਿਆਂ ਦਾ ਫੋਨ ਆਇਆ, ਮੈਨੂੰ ਕਹਿੰਦੇ ਜੀ ਇੱਥੇ ਸ਼ਰਾਬ ਵਿਕਦੀ ਸੀ, ਅਸੀਂ ਸ਼ਿਕਾਇਤ ਕੀਤੀ, ਕੋਈ ਕਾਰਵਾਈ ਨਹੀਂ। ਔਰ ਅੱਜ ਉੱਥੇ ਕੀ ਹੋ ਰਿਹਾ ਹੈ ਕਿ ਇਹ ਸ਼ਰਾਬ ਵਿਕਾਉਣ 'ਚ ਆਬਵੀਅਸਲੀ ਪੁਲਿਸ ਦੀ ਇਨਵੋਲਵਮੈਂਟ ਤੋਂ ਬਗੈਰ ਤਾਂ ਸ਼ਰਾਬ ਵਿਕ ਹੀ ਨਹੀਂ ਸਕਦੀ। ਔਰ ਉਹ SHO DSP ਉੱਥੇ ਲਾਏ ਕੀ ਨੇ? MLA ਸਾਹਿਬ ਲਾ ਰਹੇ। ਆਪਾਂ ਵੇਖਿਆ ਯਾਰ ਮਹਿੰਦਰ ਗਿੱਲ ਦੀ ਵੀਡੀਓ 'ਚ ਕਿ ਜਿਹੜਾ SHO ਨਹੀਂ ਆਖੇ ਲੱਗਦਾ ਉਹਨੂੰ ਕਿਵੇਂ ਬਦਲ ਦਿੰਦੇ। ਮਗਰ ਮੇਰਾ ਕਹਿਣ ਦਾ ਭਾਵ, ਜਿਹੜੀ 4 ਉਹਦੇ 'ਚ ਡੈਥਾਂ ਹੋਈਆਂ, ਸਭ ਤੋਂ ਪਹਿਲੀ ਜਿਹੜੀ ਡੈਥਸ ਹੋਈਆਂ, ਜਿਹੜਾ ਸੰਸਕਾਰ ਵੀ ਕਰਤਾ ਗਿਆ, ਪੁਲਿਸ ਨੂੰ ਵੀ ਇਹ ਗੱਲ ਦਾ ਪਤਾ ਹੈ ਕਿ ਉਹਨਾਂ ਦਾ ਪੋਸਟਮਾਰਟਮ ਰਿਪੋਰਟ, ਪੋਸਟਮਾਰਟਮ ਕਰਾਉਣਾ ਜ਼ਰੂਰੀ ਹੈ। ਮਗਰ ਉਹ 4 ਕੇਸਾਂ 'ਚ ਪੋਸਟਮਾਰਟਮ ਨਹੀਂ ਹੋਇਆ। ਔਰ DSP ਜੰਡਿਆਲਾ ਗੁਰੂ ਦਾ ਨਾਮ ਹੈ ਮਨਜੀਤ ਰਾਏ, ਤੇ ਇੱਕ ਚੌਕੀ ਇੰਚਾਰਜ ਹੈ ਸੁਖਦੇਵ। ਇਹਨਾਂ ਨੇ ਸੱਦ ਕੇ ਪਿੰਡ ਵਾਲਿਆਂ ਨੂੰ ਇਹ ਕਿਹਾ ਕਿ ਤੁਸੀਂ ਇਹ ਕਹਿਣਾ, ਮੀਡੀਆ ਜੇ ਪੁੱਛਣ ਆਇਆ, ਤੁਸੀਂ ਇਹ ਗੱਲ ਕਹਿਣੀ ਹੈ ਕਿ ਇਹ ਡੈਥ ਡਿਊ ਟੂ ਹਾਰਟ ਅਟੈਕ ਹੋਈਆਂ ਨੇ। ਮੈਂ ਉਦੋਂ ਫੋਨ ਕੀਤਾ SSP ਸਾਹਿਬ ਨੂੰ, ਜਿਨ੍ਹਾਂ ਦੀ ਹੁਣ ਬਦਲੀ ਹੋ ਗਈ ਹੈ, ਇਹ ਦੁੱਗਲ ਸਾਹਿਬ। ਉਹਨਾਂ ਨੂੰ ਮੈਂ ਕਿਹਾ ਤੁਹਾਡੇ ਥੱਲੇ ਸਾਰੀ ਪੁਲਿਸ ਪਿੰਡ ਵਾਲਿਆਂ ਦੇ ਨਾਲ ਹਮਦਰਦੀ ਕਰਨ ਦੀ ਜਗ੍ਹਾ ਕਿ ਸ਼ਰਾਬ ਦੀ ਸੇਲ ਹੋਈ ਕਿਵੇਂ, ਸੇਲ ਗਈ ਕਿੱਥੇ, ਇਹਦੀ ਇਨਕੁਆਇਰੀ ਕਰਨ ਦੀ ਜਗ੍ਹਾ MLA ਦੇ ਆਖੇ ਤਾਂ ਸੱਦ ਕੇ ਲੋਕਾਂ ਨੂੰ ਦਬਕੇ ਮਾਰ ਰਹੀ ਹੈ ਕਿ ਤੁਸੀਂ ਇਹ ਕਹਿਣਾ ਕਿ ਡੈਥ ਡਿਊ ਟੂ ਹਾਰਟ ਅਟੈਕ ਹੈ, ਡਿਊ ਟੂ ਸ਼ਰਾਬ ਨਹੀਂ ਹੈ। ਚਲੋ ਉਹਨਾਂ ਨੇ ਸਾਡੀ ਗੱਲ ਦਾ ਮਾੜਾ ਮੋਟਾ ਅਸਰ ਕੀਤਾ, SHO ਜ਼ਰੂਰ ਸਸਪੈਂਡ ਹੋ ਗਿਆ, ਬਾਕੀ ਕਾਰਵਾਈ ਕੋਈ ਨਹੀਂ। ਮੇਰਾ ਕਹਿਣ ਦਾ ਭਾਵ ਕਿ ਇਹ ਜਦ ਟ੍ਰੈਜੇਡੀ ਹੋਈ ਹੈ, ਇਹ ਟ੍ਰੈਜੇਡੀ ਕਾਂਗਰਸ ਮੇਡ ਹੈ, ਮੈਨ ਮੇਡ ਹੈ, ਇਹ ਰੁਕ ਸਕਦੀ ਸੀ, ਇਹ ਕੋਈ ਨੈਚੁਰਲ ਕਲੈਮਿਟੀ ਨਹੀਂ ਹੈ ਜੇ ਪੁਲਿਸ ਆਪਣਾ ਕੰਮ ਬਗੈਰ ਕਿਸੇ ਦਬਾਅ ਹੇਠ ਕਰਦੀ ਰਹਿੰਦੀ। ਔਰ ਅੱਜ ਵੀ ਡੈਥਸ ਨੂੰ ਵੀ ਲੁਕੋਇਆ ਜਾ ਰਿਹਾ ਹੈ, ਡੈਥਸ ਨੂੰ ਦਬਾਇਆ ਵੀ ਜਾ ਰਿਹਾ ਹੈ, ਔਰ ਹਰ ਤਰੀਕੇ ਦੇ ਹੱਥਕੰਡੇ ਅਪਣਾਏ ਜਾ ਰਹੇ ਆ ਕਿ ਸੱਚ ਸਾਹਮਣੇ ਨਾ ਆਵੇ। ਹੁਣ ਤੁਸੀਂ ਵੱਡੀ ਗੱਲ ਸੁਣੋ, ਅੱਜ ਮੈਂ ਜਿਹੜੇ ਤੱਥ ਤੁਹਾਡੇ ਕੋਲ ਰੱਖਣ ਲੱਗਿਆ, ਮੈਂ ਬਾਰ-ਬਾਰ ਗੱਲ ਕਰ ਰਿਹਾ ਕਿ ਕਾਂਗਰਸ ਦੇ ਲੀਡਰਸ, ਪੁਲਿਸ ਔਰ ਕੈਪਟਨ ਅਮਰਿੰਦਰ ਸਿੰਘ ਦੀ, ਜਿੱਥੇ ਅਸੀਂ ਮੈਜਿਸਟਰਲ ਇਨਕੁਆਇਰੀ ਟੋਟਲੀ ਰਿਜੈਕਟ ਕਰਦੇ ਹਾਂ, ਹਾਈ ਕੋਰਟ ਦੇ ਸਿਟਿੰਗ ਜੱਜ ਦੀ ਇਨਕੁਆਇਰੀ ਹੋਵੇ ਜਾਂ CBI ਇਨਕੁਆਇਰੀ ਹੋਵੇ, ਇੰਡੀਪੈਂਡੈਂਟ ਆਫ ਦਾ CM, ਨਹੀਂ ਤਾਂ ਮੈਜਿਸਟਰਲ ਇਨਕੁਆਇਰੀ ਤਾਂ ਉੱਥੋਂ ਦੀ ਵੀ ਹੋਈ ਸੀ ਦੁਸ਼ਹਿਰੇ ਵਾਲੇ ਪ੍ਰੋਗਰਾਮ ਦੀ, ਕੀ ਹੋਇਆ ਅੱਜ ਤੱਕ? 60-70 ਕੀਮਤੀ ਜਾਨਾਂ ਉੱਥੇ ਵੀ ਗਈਆਂ, ਗਰੀਬ ਲੋਕ ਸਨ, ਅੱਜ ਤੱਕ ਰੌਲਾ ਪਾ ਰਿਹਾ, ਕਾਰਵਾਈ ਕੋਈ ਨਹੀਂ ਹੋਈ। ਔਰ ਦੁਸ਼ਹਿਰੇ ਦਾ ਪ੍ਰੋਗਰਾਮ ਜਿਨ੍ਹਾਂ ਤੇ ਕਾਰਵਾਈ ਹੋਈ ਕਿਸੇ ਸੁਪਰੀਟੈਂਡੈਂਟ ਤੇ ਜਾਂ ਕਿਸੇ ਤੇ, ਉਹਦਾ ਕੀ ਲੈਣਾ ਦੇਣਾ ਸੀਗਾ? ਜਿਨ੍ਹਾਂ ਨੇ ਪ੍ਰੋਗਰਾਮ ਕਰਾਇਆ, ਜਿਨ੍ਹਾਂ ਦੇ ਕਹੇ ਤੇ ਸਾਰਾ ਪ੍ਰੋਗਰਾਮ ਹੋਇਆ, ਉਹਨਾਂ ਤੇ ਕੁਝ ਨਹੀਂ। ਅੱਜ ਸੇਮ ਇੱਕ ਡਿਵੀਜ਼ਨਲ ਕਮਿਸ਼ਨਰ ਨੇ CM ਨੂੰ ਜਾਂ ਐਕਸਾਈਜ਼ ਮਹਿਕਮੇ ਨੂੰ ਜਾਂ ਪੁਲਿਸ ਮਹਿਕਮੇ ਨੂੰ, ਜਿਹਨੂੰ ਸਾਰਾ ਕੁਝ ਪਤਾ ਸੀ, ਉਹਨਾਂ ਦੇ ਖਿਲਾਫ ਕੀ ਐਕਸ਼ਨ ਲੈ ਲੈਣਾ। ਔਰ ਵੱਡੀ ਗੱਲ ਵੇਖੋ ਕਿ ਜਿਹੜਾ ਸਭ ਤੋਂ ਵੱਧ ਡੈਥਸ ਹੋਈਆਂ ਨੇ ਤਰਨਤਾਰਨ 'ਚ, ਔਰ ਤਰਨਤਾਰਨ ਦੇ SSP ਧਰੁਵ ਧਈਆ, ਉਹਨੂੰ ਇੱਕ ਵਾਰੀ ਨਹੀਂ ਅਨੇਕਾਂ ਹੀ ਵਾਰੀ ਲੋਕ ਵੀ ਮਿਲ ਪਾਏ ਆ, ਸਿਵਲ ਸੁਸਾਇਟੀ ਦੇ ਲੋਕ, ਸਧਾਰਨ ਲੋਕ ਵੀ ਮਿਲ ਕੇ ਆਏ, ਔਰ ਸਾਡੇ MLA
ने भी कई बार उन्होंने संपर्क किया कि आह गलत काम हो रहा, एक कान तो सुनते सी दूजे तो कट देंगे सी। जिस के इलाके च 60 मौतां हो गई, ओदी प्रमोशन करके एक तरीके की उन्होंने अमृतसर रूरल च तरन तारण चो कट के अमृतसर रूरल का SSP लाता है कि उन्होंने रिवार्ड दिता है कैप्टन अमरिंदर सिंह ने। ऑल दी SSPs एंड DCs स्पेशली तरन तारण दे शुड हैव बीन डिसमिस्ड, क्योंकि उन्होंने तो सारी गल का पता, मगर उन्होंने एक तरीके का रिवार्ड देता कि तुहानू मजीठे पोस्ट कर देने, चलो इथों रौला भी निकल जू कि असीं तरन तारण तो हटाता। मेरा कहने का भाव कि ध्रुव धईए की इन्वॉल्वमेंट भी इस काम च, ही शुड बी बुक फॉर मर्डर। ये साडी श्रोमणी अकाली दल की डिमांड है, क्योंकि इनू सब पता सी ते पता होंदे हुए भी ये पुलिस सॉरी सी। यही हाल जंडियाला गुरु के DSP का, यही हाल SHO का जिहड़ा उत्थे सीगा अपना तिरसिके, यही हाल चौकी इंचार्ज उत्थे दा जिन्हां सब नूं मिली भुगतना, जिन्हां हफ्ते जांदे सी, जिहड़े गां MLA नूं दिंदे सी। ये सारा एक नैक्सस सी ते नैक्सस दे उत्ते MLA जिहड़ा जंडियाला गुरु है कांग्रेस का डैनी, MLA सिक्की, MLA अग्निहोत्री, MLA सुखपाल भुल्लर और ये MLA अपना जिहड़ा तीजा पट्टी वाला, ये सारियां दी सरपरस्ती हेठे काम चल रहा सी। वी डिमांड एक्शन एंड इंडिपेंडेंट इंक्वायरी, नहीं तो सच कदे सामने नहीं आऊगा। तुसी मैं अखीरली गल करके फिर तुहानू गल अपने मेरे 2 MLA साहब ज्वाइन किए हैं, क्योंकि हरमीत जी का ये 3 बारी उतों विधायक रह चुके हैं, लंबा समा इन्हों लोगों ने उत्थे नुमाइंदगी करने का मौका दिता है। इन्हों की डेथ्स कितनियां हुई ने ये भी दसणगे, क्योंकि दोवें हल्के कुछ पिंड तरन तारण के खडूर साहब च गए हैं, जिन्हों के बारे अज तुसीं वीडियोज भी देखी है। मगर मैं गल करन तो पहला अज मैं जरूर पूछूंगा उन्होंने सारे MLA नूं जिन्हों ने कैबिनेट की मीटिंग उत्ते बड़ी ट्वीट्स कीतियां सी, अज वो क्यों खामोश ने, अज वो क्यों नहीं बोले हो सारे। और मैं उन्होंने ये भी पूछदा कि छोटे ढिड भरे गए, थोनू पैसे मिल गए, तुसीं चुप करके बह गए। और चीफ सैकटरी साहब थोनू भी बधाई देना कि तुसीं कांग्रेस के मिनिस्टर्स का पर्दाफाश नहीं किया। ठीक है, पब्लिकली गल बड़ी की कि चीफ सैकटरी साहब ने खजाना मंत्री तो माफी मांग ली, मगर असल च छोटा अंदर समझौता हो गया। थोनू वाटर रेगुलेटरी बोर्ड का चेयरमैन बनाता, पोस्ट रिटायरमेंट 5 साल की थोनू सुविधा देती, तुसीं चाह चुप करके मंत्रियों का घर पूरा हो गया, वो तां चुप करके। मगर नुकसान किहदा होया? 5600 करोड़ पंजाब के खजाने का जिहड़ा गरीबां दे भले लई खर्च होना सी, ते 100 कीमती जाना ना जांदियां जे उस दिन सही एक्शन ले लेंदे। और तुहाडे सामने ही है कि किवें रोज अखबार की खबर लग रही कि ED नूं रिकॉर्ड नहीं देना। उहदा मकसद की है कि कोई इंडिपेंडेंट एजेंसी ऑफ पंजाब तो बाहर या कोई यह जी इंडिपेंडेंट अदारा जिन्होंने किसी मुख्यमंत्री का या हुक्मरान कांग्रेस का दबाव नहीं होगा, वो यह जी कोई एजेंसी इंक्वायरी ना करे, सच सामने ना आवे। इस गल नूं लैके अज असीं तुहाडे कोल आए हैं कि मैजिस्ट्रेट इंक्वायरी असीं रिजेक्ट करते हैं। DC SSP तरन तारण के खिलाफ ही शुड बी बुक फॉर दिस मर्डर, क्योंकि उसकी मिली भुगत नाल यह काम चलिया। थानेदार MLA के इशारे लगते सी, इसलिए MLA के चहेते इस काम से बड़े बड़े पद्धर से इन्वॉल्व है, जिन्होंने बचाया जा रहा। कुछ फोटोआं असीं अज लैके भी आए हैं। चलो मैं इस सैकटरी साहब का भी धन्यवाद करदा है कि जिन्होंने एक TV चैनल से लखी जी नाल गल कर रहे थे, कुछ सच कबूलिया कि यह SHO असीं लवाउने आ, ते उन्होंने दस्सिया भी किहड़े मंत्री ने SHO लवाया। और वो बार बार TV चैनल के उस एडिटर साहब को कह रहे थे कि उसके खिलाफ एक्शन बनता है, मेरे खिलाफ नहीं। सच कुछ सामने आया, मगर हाले बड़ा कुछ करने की लोड़ है, नहीं तो इसे तरह ही लाइव्स विल बी लॉस्ट एंड नथिंग विल बी अचीव। मैं चाहूंगा कि साडे वो जिहड़ियां MLA साहब बलटोआ साहब 2 मिनट गल कर लें, फिर हरमीत जी आपकी गल दसन। बड़े दुख की गल है जी, जो कुछ भी पंजाब के अंदर वापरिया है, शराब को लेकर चर्चा जो कैप्टन अमरिंदर सिंह की सरकार बनी है, नजायज स्मगलिंग लैके, नजायज धंधे को लैके, नजायज कारोबार को लैके
ਬੀਬੀ ਤੱਕ ਦੀ ਤੋਂ ਲੈ ਕੇ ਥੱਲੇ ਤੱਕ ਜਿਹੜੇ ਕਾਂਗਰਸੀ ਆਗੂ ਸਾਹਿਬਾਨ ਹੈ ਕਿ ਸਭੇ ਨੂੰ ਲਿਪਤ ਹੋਏ ਪਏ ਨੇ ਔਰ ਰੌਲਾ ਕੇਵਲ ਇਸ ਮੁੱਦੇ ਨੂੰ ਕੇਵਲ ਤੇ ਕੇਵਲ ਵਿਰੋਧੀ ਪਾਰਟੀਆਂ ਨੇ ਨਹੀਂ ਉਠਾਇਆ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਕਦੇ ਨਹੀਂ ਉਠਾਇਆ। ਇੱਥੋਂ ਤੱਕ ਕਿ ਕਾਂਗਰਸ ਨੇ ਵੀ ਇਸ ਤੇ ਦੋਸ਼ ਲਾਇਆ, ਅਫਸਰਾਂ ਨੇ ਕਾਂਗਰਸੀ ਮੰਤਰੀ ਸਾਹਿਬਾਨ ਤੇ ਲਾਇਆ ਔਰ ਮੰਤਰੀ ਸਾਹਿਬਾਨ ਨੇ ਜਾਂ ਐਮਐਲਏ ਸਾਹਿਬਾਨ ਨੇ ਚੀਫ ਸਕੱਤਰ ਨੂੰ ਜਿਹੜਾ ਕਹਿ ਕੇ ਜਿਹੜੇ ਮੁੱਖ ਸਕੱਤਰ ਨੇ ਕਹਿੰਦਾ ਪ੍ਰਾਂਤ ਸਿੰਘ ਉਸ ਸਮੇਂ ਦੇ ਉਹ ਵੀ ਜਿਹੜੇ ਸ਼ਰਾਬ ਦੇ ਧੰਦੇ 'ਚ ਸ਼ਾਮਲ। ਹੁਣ ਜਿਹੜੀ ਗੱਲ ਹੈ ਇਹ ਮੇਰੇ ਖਿਆਲ ਸਮੁੱਚੇ ਪੰਜਾਬ ਦੀ ਕਹਾਣੀ ਹੈ ਕਿ ਪੰਜਾਬ ਦੇ ਅੰਦਰ ਹਰੇਕ ਹਲਕੇ 'ਚ ਹਰੇਕ ਜਿਹੜਾ ਬੈਠਾ ਹੋਇਆ ਕਾਂਗਰਸੀ ਹੈ ਉਹ ਸ਼ਰਾਬ ਦਾ ਨਜਾਇਜ਼ ਧੰਦਾ ਕਰ ਰਿਹਾ। ਹੁਣ ਕਿਉਂਕਿ ਜਿਹੜੇ ਇਲਾਕੇ 'ਚ ਦਿਖਾਦ ਵਾਪਰ ਗਿਆ ਹੈ ਉਹ ਉੱਥੇ ਥੋੜਾ ਜਿਹੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਔਰ ਲੋਕ ਜਿਵੇਂ ਦੱਸ ਰਹੇ ਨੇ ਇਹ ਸੱਚਾਈ ਵੀ ਹੈ ਕਿ ਲੋਕ ਥਾਣਿਆਂ 'ਚ ਜਾਂਦੇ ਰਹੇ, ਐਸਐਚਓ ਸਾਹਿਬਾਨ ਨੂੰ ਬੇਨਤੀ ਕਰਦੇ ਰਹੇ, ਚੌਕੀ ਇੰਚਾਰਜਾਂ ਨੂੰ ਬੇਨਤੀ ਕਰਦੇ ਰਹੇ, ਡੀਐਸਪੀ ਸਾਹਿਬਾਨ ਨੂੰ ਬੇਨਤੀ ਕਰਦੇ ਰਹੇ, ਇੱਥੇ ਤੱਕ ਕਿ ਐਸਐਸਪੀ ਨੂੰ ਬੇਨਤੀ ਕਰਦੇ ਰਹੇ ਕਿ ਸ਼ਰਾਬ ਦਾ ਨਜਾਇਜ਼ ਧੰਦਾ ਰੋਕੋ। ਸਾਡੇ ਘਰਾਂ ਤੱਕ ਜਿਹੜੀ ਹੈ ਕਾਂਗਰਸ ਜਿਹੜੀ ਨੇ ਸਪਲਾਈ ਕਰਦੇ ਔਰ ਬੜੇ ਵੱਡੇ ਪੱਧਰ ਤੇ ਜਿਹੜਾ ਆ ਸ਼ਰਾਬ ਦਾ ਕਾਰੋਬਾਰ ਹੋ ਰਿਹਾ। ਜਿਸ ਤਰ੍ਹਾਂ ਰਮਨਜੀਤ ਸਿੰਘ ਸਿੱਕੀ ਬੜੇ ਆਪਣੇ ਆਪ ਨੂੰ ਗੁਰਮੁਖ ਹੋਣ ਦਾ ਦਾਅਵਾ ਕਰਦੇ ਹੈ, ਚਲੋ ਗੁਰਮੁਖ ਹੋਣਾ ਵੀ ਚਾਹੀਦਾ ਨਾ, ਕਿਸੇ ਦੀ ਸ਼ਖਸੀਅਤ ਬਾਰੇ ਕਿਸੇ ਤਰ੍ਹਾਂ ਦਾ ਕੁਛ ਨਹੀਂ ਕਹਿੰਦਾ, ਪਰ ਜੋ ਅੱਜ ਉਹਨਾਂ ਦਾ ਕਿਰਦਾਰ ਸਾਹਮਣੇ ਆਇਆ ਕਿ ਕਿਸ ਕਦਰ ਉਹਨਾਂ ਦੇ ਇਲਾਕੇ ਦੇ ਵਿੱਚ ਜਿਹੜੀ ਨਜਾਇਜ਼ ਸ਼ਰਾਬ ਦਾ ਧੰਦਾ ਹੁੰਦਾ ਸੀਗਾ ਔਰ ਲੋਕਾਂ ਤੱਕ ਨਜਾਇਜ਼ ਸ਼ਰਾਬ ਹੀ ਨਹੀਂ ਭੇਜੀ ਗਈ, ਜ਼ਹਿਰ ਬਣਾ ਕੇ ਲੋਕਾਂ ਨੂੰ ਭੇਜਿਆ ਗਿਆ ਤੇ ਉਹ ਸਪਲਾਈ ਕਰਨ ਵਾਲੇ ਕੌਣ ਨੇ? ਜਿਹੜੇ ਰਮਨਜੀਤ ਸਿੰਘ ਸਿੱਕੀ ਦੇ ਖਾਸਮ ਖਾਸ ਨੇ। ਰਮਨਜੀਤ ਸਿੰਘ ਸਿੱਕੀ ਐਮਐਲਏ ਦੇ ਇੱਕ ਤਰ੍ਹਾਂ ਦਾ ਆਪਣਾ ਰੂਪ ਨੇ ਜਿਹੜੇ ਉਹਨਾਂ ਨੇ ਕੱਤਾ ਲਾਏ ਹੋਏ ਨੇ ਹਲਕਾ ਗੁਰੂ ਸਾਹਿਬ ਦੇ ਅੰਦਰ। ਔਰ ਦੂਸਰੀ ਗੱਲ
ਕਿ ਇਹਨੂੰ ਮੁੱਛਣ ਵਿੱਚ ਬਹੁਤ ਵੱਡਾ ਕਹਿਰ ਵਾਪਰਿਆ ਹੈ। ਵੱਡੇ ਪੱਧਰ ਤੇ ਜ਼ਹਿਰੀਲੀ ਸ਼ਰਾਬ ਨਾਲ ਕੈਜੂਅਲਟੀ ਹੋਈ ਹੈ। ਇਸੇ ਹਲਕੇ ਦੇ ਪਿੰਡ ਜਲਾਲ ਉਸਮਾ ਐਕਸਾਈਜ਼ ਪਾਰਟੀ ਜਿਹੜੀ ਹੈ ਉਹ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਵਿਅਕਤੀ ਦੇ ਘਰ ਤੇ ਰੇਡ ਕਰਨੀ ਗਈ ਹੈ। ਉਹਨਾਂ ਦਾ ਕੰਮ ਹੈ ਕਿ ਜੇ ਕੋਈ ਨਜਾਇਜ਼ ਕਾਰੋਬਾਰ ਕਰਦਾ ਹੈ ਉਹਨੂੰ ਰੋਕਣਾ। ਹੁਣ ਕਾਰਵਾਈ ਉਹਦੇ ਉੱਤੇ ਹੋਣੀ ਚਾਹੀਦੀ ਸੀਗੀ ਜਿਹੜਾ ਨਜਾਇਜ਼ ਸ਼ਰਾਬ ਦਾ ਧੰਦਾ ਕਰਦਾ ਸੀ ਪਿੰਡ ਜਲਾਲ ਉਸਮਾ ਦਾ। ਔਰ ਕਾਰਵਾਈ ਐਮਐਲਏ ਸਾਹਿਬ ਨੇ ਸੁਖਿੰਦਰ ਸੈਣੀ ਨੇ ਜਿਹੜੇ ਜੰਡਿਆਲੇ ਵਿਰੁੱਧ ਉਹਨਾਂ ਨੇ ਕਾਰਵਾਈ ਥਾਣਾ ਖੱਟਾ ਦੇ ਵਿੱਚ ਐਫਆਈਆਰ ਵਿੱਚ ਕਰਾਈ। ਐਕਸਾਈਜ਼ ਵਾਲਿਆਂ ਦੇ ਜਿਹੜੇ ਛਾਪਾ ਮਾਰਨ ਵਾਸਤੇ ਗਏ ਸੀ, ਜਿਹੜਾ ਰੇਡ ਕਰਨ ਵਾਸਤੇ ਗਏ ਸੀ, ਜਿਹੜੇ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਗਏ ਕਰਦੇ ਸੀ, ਉਹਨਾਂ ਨੂੰ ਕਾਨੂੰਨੀ ਕਾਰਵਾਈ ਕਰਨ ਵਾਸਤੇ ਗਏ ਸੀ। ਉਹ ਉਹਨਾਂ ਨੂੰ ਦਾਇਰ ਜੇ ਕੋਈ ਪਹਿਲੀ ਕਰਕੇ ਨਹੀਂ ਜੁਰਤ ਪੈਂਦੀ ਹੈ ਐਕਸਾਈਜ਼ ਵਾਲੇ ਦੀ ਪੁਲਿਸ ਵਾਲੇ ਦੀ, ਜੇ ਕਿਸੇ ਨੇ ਜੁਰਤ ਕੀਤੀ ਵੀ ਉਹਨੂੰ ਅਜਿਹਾ ਸਖਤ ਸੁਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅੱਗੇ ਤੋਂ ਉਹਨਾਂ ਦੀ ਦਹਿਸ਼ਤ ਪੈ ਜਾਵੇ ਕਿ ਕੋਈ ਵੀ ਜਾ ਕੇ ਜਿਹੜਾ ਕਾਂਗਰਸੀ ਨਜਾਇਜ਼ ਧੰਦਾ ਕਰਦੇ ਨੇ, ਜਿਹੜੇ ਸ਼ਰਾਬ ਨਾਲ ਲਾ ਕੇ ਵੇਚਦੇ ਨੇ ਜਾਂ ਵੱਡੀਆਂ ਡਿਸਟਰੀਆਂ ਜਿਹੜੀਆਂ ਕਾਂਗਰਸੀ ਨੇ ਪੰਜਾਬ ਦੇ ਚੱਲਦੀਆਂ ਨੇ, ਚਾਹੇ ਉਹ ਨਜਾਇਜ਼ ਸ਼ਰਾਬ ਦੀਆਂ ਨੇ ਜਾਂ ਜ਼ਹਿਰੀਲੀ ਸ਼ਰਾਬ ਦੀਆਂ ਨੇ, ਉਹਨਾਂ ਦੇ ਜਿਹੜੇ ਸਪਲਾਇਰ ਦੇ ਥੱਲੇ ਜਿਹੜੇ ਥੱਲੇ ਲੈਵਲ ਤੱਕ ਭੇਜੇ ਨੇ ਉਹਨਾਂ ਤੇ ਕਿਸੇ ਤਰ੍ਹਾਂ ਦੀ ਕਾਰਵਾਈ ਹੋ ਸਕੇ। ਇਹ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਤਰਨਤਾਰਨ ਦੇ ਵਿੱਚ ਇਕੱਲੇ 67 ਤੋਂ ਵੱਧ ਮੁੱਕਾਂ ਜਿਹੜੀਆਂ ਨੇ ਉਹ ਜਿਹੜੀ ਹੈ ਜ਼ਹਿਰੀਲੀ ਸ਼ਰਾਬ ਨਾਲ ਹੋ ਚੁੱਕੀਆਂ ਨੇ। ਔਰ ਸਭ ਤੋਂ ਵੱਧ ਮੁੱਕਾਂ ਲਗਭਗ 50 ਦੇ ਲਗਭਗ ਮੁੱਕਾਂ ਜਿਹੜੀਆਂ ਨੇ ਉਹ ਰਮਨਜੀਤ ਸਿੰਘ ਸਿੱਕੀ ਦੇ ਹਲਕੇ ਤੋਂ ਆਈਆਂ। ਔਰ ਜਿੰਨੇ ਵੀ ਮੇਰਾ ਖਿਆਲ ਹੈ ਕਿ 2 ਦਰਜਨ ਦੇ ਲਾਗੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਕਹਿਰ ਮਚਿਆ ਕਰਿਆ। ਇਸ ਕਰਕੇ ਜਿਹੜਾ ਮਜੀਠੀਆ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਜਿਹੜੀਆਂ ਮਜੀਠੀ ਦੀ ਜਾਂਚਾਂ ਬਿਠਾਈ ਦਿੰਦੇ ਹੈ ਕਿ ਹਰੇਕ ਵਾਰੀ ਲਿਪਾਪੋਤੀ ਕੀਤੀ ਜਾਂਦੀ ਹੈ। ਮੈਂ ਚਾਹੂੰਗਾ ਜੀ ਕਿ ਇਹ ਜਿਹੜਾ ਬੁਲਟੋ ਸਾਹਿਬ ਇਹ ਖਬਰ ਵਿਖਾ ਵੀ ਦਈਏ। ਆ ਜਿਹੜਾ ਸਕਰੀਨ ਤੇ ਸਾਡੇ ਪੱਤਰਕਾਰਾਂ ਨੂੰ ਵਿਖਾ ਦਿਓ ਜੀ, ਆ ਜਿਹੜੀ ਜਗਬਾਣੀ ਦੀ ਖਬਰ ਹੈ ਇਹ ਐਕਸਾਈਜ਼ ਵਾਲਿਆਂ ਨੇ, ਦੇਖੋ ਐਕਸਾਈਜ਼ ਵਾਲੇ ਕੋਲ ਜਾਂਦੀ ਹੁੰਦੀ ਹੈ ਖਬਰ ਕਿ ਕੌਣ ਸ਼ਰਾਬ ਕੱਢ ਰਿਹਾ ਹੈ ਤੇ ਕੌਣ ਨਹੀਂ ਕੱਢ ਰਿਹਾ। ਚਲੋ ਉਹਨਾਂ ਨੇ ਰੇਡ ਕੀਤਾ, ਮਗਰ ਜਿਹੜੀ ਆਹ ਖਬਰ ਮੈਂ ਤੁਹਾਨੂੰ ਵਿਖਾ ਰਿਹਾ ਹੈ ਇਹ ਬੜੇ ਧਿਆਨ ਨਾਲ ਪੜੋ। ਘਰ 'ਚ ਛਾਪੇਮਾਰੀ ਕਰਨ ਗਏ ਐਕਸਾਈਜ਼ ਕਰਿੰਦਿਆਂ ਨੂੰ ਪਿੰਡ ਵਾਸੀ ਕਾਬੂ ਕਰਕੇ ਕੀਤੇ ਪੁਲਿਸ ਹਵਾਲੇ, 10 ਤੇ ਪਰਚਾ ਦਰਜ। ਕਰਿੰਦਿਆਂ ਦੀ ਗੁੰਡਾਗਰਦੀ ਖਿਲਾਫ ਵਿਧਾਇਕ ਡੈਨੀ ਬੰਡਾਲਾ ਦੇ ਸਖਤ ਐਕਸ਼ਨ ਨੂੰ ਲੋਕਾਂ ਨੇ ਸਲਾਹਿਆ। ਹੁਣ ਇਹਦੀ ਖਬਰ ਦੀ ਪਿਛੋਕੜ ਮੈਂ ਤੁਹਾਨੂੰ ਦੱਸਦਾ ਕੀ ਹੈ। ਇੱਥੇ ਐਕਸਾਈਜ਼ ਦੇ ਕਈ ਰੇਡ ਹੋਏ ਸਾਡੇ ਇਲਾਕਿਆਂ 'ਚ, ਮਗਰ ਕਾਂਗਰਸ ਦੇ ਜਿਹੜੇ ਜਿੰਨੇ ਵੀ ਲੀਡਰ ਇੱਥੇ ਖਲੋਤੇ ਆ ਇਹ ਬੜਾ ਪ੍ਰੀ ਪਲਾਨ ਸੀ ਇਹ ਰੇਡ। ਪਹਿਲਾਂ ਤਾਂ ਮੁਖਬਰੀ ਕਿਹਨੇ ਕੀਤੀ? ਇੱਕ ਕਾਂਗਰਸੀ ਲੀਡਰ ਨੇ ਜਿਹੜਾ ਪਿੰਡ ਦਾ ਸਰਪੰਚ ਹੀ ਹੈ, ਉਹਦਾ ਨਾਮ ਇੱਥੇ ਲਿਖਿਆ ਹੀ ਹੋਇਆ ਹੈ, ਉਹਦਾ ਗੁਰਬਖਸ਼ ਸਿੰਘ ਹੈ ਸ਼ਾਇਦ, ਪਿੰਡ ਦਾ ਸਰਪੰਚ ਹੈ। ਹਾਂਜੀ ਹਾਂ ਗੁਰਬਖਸ਼ ਸਿੰਘ ਹੈ। ਤੇ ਜਿਹਦੇ ਘਰੇ ਰੇਡ ਹੋਈ ਉਹ ਵਿਚਾਰੇ ਦੀ ਉਹ ਬਿਲਕੁਲ ਠੀਕ ਹੈ ਕਿ ਇਹ ਸਾਰਾ ਵੈਲ ਪਲਾਨ ਸੀ। ਇਹਨਾਂ ਨੂੰ ਢਿੱਡ ਪੀੜ ਕੀ ਸੀ ਕਿ ਇਸ ਤੋਂ ਪਹਿਲਾਂ ਐਕਸਾਈਜ਼ ਦੇ 2-3 ਰੇਡ ਕੀਤੇ ਸੀ ਤੇ ਕਾਂਗਰਸੀ ਫੜੇ ਗਏ ਸੀ। ਹੁਣ ਉਸ ਗੱਲ ਨੂੰ ਐਕਸਾਈਜ਼ ਵਾਲਿਆਂ ਨੂੰ ਸਬਕ ਸਿਖਾਉਣਾ ਸੀ ਤੇ ਇਹਨਾਂ ਨੇ ਮੁਖਬਰੀ ਕੀਤੀ ਇੱਕ ਉਹੋ ਜਿਹੇ ਘਰ ਦੀ ਜਿੱਥੇ ਵਾਕਈ ਸ਼ਰਾਬ ਨਹੀਂ ਨਿਕਲੀ ਸੀ। ਮਗਰ ਜਦ ਉੱਥੇ ਪੁਲਿਸ ਜਦ ਉੱਥੇ ਐਕਸਾਈਜ਼ ਰੇਡਿੰਗ ਪਾਰਟੀ ਪਹੁੰਚੀ, ਪਹਿਲਾਂ ਹੀ ਪ੍ਰੀ ਪਲਾਨ ਸੀ, ਐਮਐਲਏ ਸਾਹਿਬ ਵਿੱਚ ਇਨਵੋਲਵ ਸੀ, ਇਹਨਾਂ ਨੇ ਪੁਲਿਸ ਸੱਦ ਲਈ, ਉਹਨਾਂ ਨੂੰ ਉੱਥੇ ਕਾਬੂ ਕਰ ਲਿਆ ਸਾਰਿਆਂ ਨੂੰ ਔਰ ਉਹਨਾਂ ਤੇ ਪਰਚਾ ਦਰਜ ਕਰਤਾ। ਮਗਰ ਗੁੱਸਾ ਕੀ ਸੀ ਕਿ ਜਿਹੜੇ ਪਹਿਲੇ ਰੇਡ ਹੋਏ ਸੀ ਜਿਸ 'ਚ ਕਈ ਕਾਂਗਰਸੀ ਆਏ ਸੀ, ਉਹ ਸਬਕ ਸਿਖਾਉਣਾ ਸੀ ਕਿ ਤੂੰ ਕਾਂਗਰਸੀਆਂ ਨੂੰ ਫੜਿਆ। ਇਸ ਖਬਰ 'ਚ ਥੋੜਾ ਜਿਹਾ ਜ਼ਿਕਰ ਵੀ ਹੈ। ਔਰ ਇਸੇ ਤਰ੍ਹਾਂ ਆ ਤੁਹਾਨੂੰ ਮੈਂ ਦਿਖਾਊਂਗਾ ਹੁਣ ਉਹ ਅਗਨੀਹੋਤਰੀ ਦੇ ਨਾਲ ਜਿਹੜੇ ਬੰਦੇ ਖਲੋਤੇ ਉਹ ਵੀ ਦਿਖਾ ਦਿਓ ਜੀ ਮਾੜਾ ਜਿਹਾ। ਅਗਨੀਹੋਤਰੀ ਦੇ ਨਾਲ ਜਿਹੜੇ 2 ਸਭ ਤੋਂ ਵੱਡੇ ਸ਼ਰਾਬ ਦਾ ਧੰਦਾ ਕਰਦੇ ਆ, ਰਾਮਾ ਤੇ ਸ਼ਾਮਾ, ਇਹ ਜਿਹੜੇ ਵਿਚਕਾਰ ਨੇ ਇਹਨੂੰ ਗੋਲ ਕਰ ਦਿਓ ਯਾਰ ਉਹਨਾਂ ਦੇ ਲੜਕੇ ਨੂੰ। ਸ਼ਾਮਾ ਤੇ ਬਰਿਆਮ ਦਿਸ ਇਜ਼ ਸ਼ਾਮਾ। ਇਸ ਜਿਹੜਾ ਜਿਹਦੇ ਮੱਥੇ ਤੇ ਤਿਲਕ ਲੱਗਿਆ ਹੈ ਮਾੜਾ ਜਿਹਾ ਨਿਸ਼ਾਨ ਲਾ ਦੇਣਾ, ਇਹਨਾਂ ਨੂੰ ਨਹੀਂ ਪਤਾ ਲੱਗਣਾ। ਜਿਹਨੇ ਸ਼ੀਲਡ ਫੜੀ ਔਰ ਜਿਹੜਾ ਨਾਲ ਬੰਦਾ ਖਲੋਤਾ ਉਹ ਅਗਨੀਹੋਤਰੀ ਹੈ, ਆਪਣਾ ਐਮਐਲਏ ਸਾਹਿਬ ਦਾ ਲੜਕਾ। ਉਹਦੇ ਬਾਰੇ ਆ ਸਾਡੇ ਸਾਹਿਬ ਹਰਮੀਤ ਸਿੰਘ ਸੰਧੂ ਨੇ ਮਤਲਬ ਕਿੰਨੀਆਂ ਸ਼ਿਕਾਇਤਾਂ ਦੇਤੀਆਂ ਨੇ, ਇਲਾਕੇ ਦੇ ਲੋਕਾਂ ਨੇ ਦੇਤੀਆਂ ਨੇ
ਮਗਰ ਅੱਜ ਉੱਤੇ ਪਰਚਾ ਵੀ ਦਰਜ ਹੋ ਗਿਆ। ਪਹਿਲਾਂ ਇਸੇ ਐਸਐਸਪੀ ਨੂੰ ਧਰੁਵ ਧਈਏ ਨੂੰ ਗੱਲ ਨਹੀਂ ਸੁਣਦੀ ਸੀ। ਸੋ ਧਰੁਵ ਧਈਆ ਆਪ is involved, he should be booked for these 74 murders in Tarn Taran। How is the SSP ਕਿਵੇਂ ਬਚ ਰਿਹਾ ਸਾਰੇ ਕੰਮ ਤੋਂ? ਜਿਹਦੀ ਜੇ ਐਸਐਚਓ ਨੂੰ ਇਹਨਾਂ ਨੇ ਸਸਪੈਂਡ ਕਰਤਾ, 4 ਪੁਲਿਸ ਵਾਲਿਆਂ ਨੂੰ ਕਰਤਾ, ਜਿਹੜਾ ਡਿਸਟ੍ਰਿਕਟ ਦਾ ਹੈਡ ਹੈ, ਹਾਊ ਹੀ escaped all this? ਉਹਨੂੰ ਤਾਂ ਸਾਰੀ ਗੱਲ ਦਾ ਪਤਾ ਸੀ, ਮਗਰ ਐਮਐਲਏ ਦੇ ਦਬਾਅ ਹੇਠ ਕਿਸੇ ਤੇ ਕਾਰਵਾਈ ਕੋਈ ਨਹੀਂ ਕਰਦਾ ਸੀ। ਅੱਜ ਉਹ ਬੀਪੀਆਂ ਜਿਹੜਾ ਕੱਲ ਬੋਲੀਆਂ ਸੀ ਸੁਖਬੀਰ ਜੀ ਦੀ ਹਾਜ਼ਰੀ 'ਚ, ਉਹ ਵੀ ਸੁਣਾ ਦਿਓ। ਇਹ ਹੋ ਗਿਆ ਜੀ ਅਗਨੀਹੋਤਰੀ ਦਾ ਮੁੰਡਾ, ਨਾਲ ਉਹਦੇ ਸ਼ੀਲਡ ਵਾਲਾ ਸ਼ਾਮਾ ਹੋ ਗਿਆ, ਉਹਦੇ ਨਾਲ ਉਹ ਦੂਜਾ ਹੋ ਗਿਆ ਵਰਿਆਮਾ। ਉਹ ਦੂਜੀ ਵੀ ਵਿਖਾ ਦਿਓ ਜੀ ਮਾੜੀ ਜੀ। ਉਹ ਜਿਹੜੀਆਂ ਬੀਬੀਆਂ ਉੱਥੇ ਬੋਲਦੀਆਂ ਜੇ ਸਾਹ ਬੈਠੇ ਸੀ, ਇਹ ਅਫਸੋਸ ਕਰਨ ਦੇ ਸਾਹ ਪਹੁੰਚੇ ਉੱਥੇ, ਦੇਖੋ ਕੀ ਕਹਿ ਰਹੀਆਂ ਸੀ। ਅੱਜ ਵੀ ਉਹ ਬੋਲੀਆਂ ਮੈਨੂੰ ਪਤਾ ਲੱਗਿਆ ਆਈ ਨਹੀਂ। ਪਾ ਦਿਓ ਇਹਨਾਂ ਨੂੰ, ਯੂ ਵਿਲ ਗੈਟ ਟੂ ਨੋ ਵਾਟ ਦੇ ਆਰ ਸੇਇੰਗ। ਔਰ ਮੈਂ ਜਿਹੜੀ ਅਗਲੀ ਗੱਲ ਕਰ ਰਿਹਾ ਜੀ ਕਿ ਦੇਖੋ, ਚਾਹੇ ਆ ਧਾਰਮਿਕ ਐਡਵਾਈਜ਼ਰ ਨੇ ਸੀਐਮ ਸਾਹਿਬ ਤੇ ਸਰਨਾ ਜੀ, ਉਹਨਾਂ ਦੀ ਬੇਟੀ ਦੀ ਫੈਕਟਰੀ ਚੱਲਦੀ ਆ, ਕਿੰਨੀ ਸ਼ਰਾਬ ਜਿੰਨੀ ਇਲੀਗਲ ਡਿਸਟਰੀਆਂ ਚੋਂ ਨਿਕਲ ਰਹੀਆਂ ਨੇ, ਉਹਦੇ ਬਾਰੇ ਤਾਂ ਹਲੇ ਚਰਚਾ ਹੀ ਨਹੀਂ। ਇਹ ਜਿਹੜੀ ਸਾਰਾ ਇਹ ਸਪਿਰਿਟ ਵਿਕੀ ਆ ਜਿਹਦੇ ਕਰਕੇ ਕਈਆਂ ਦੀ ਅੱਖਾਂ ਖਰਾਬ ਹੋ ਗਈਆਂ, ਉਹਦਾ ਹਲੇ ਕੋਈ ਜ਼ਿਕਰ ਨਹੀਂ, ਸਰਕਾਰ ਉਹਨੂੰ ਰਿਕਾਰਡ ਤੇ ਨਹੀਂ ਲਿਆ ਰਹੀ। ਕਈਆਂ ਦੀ ਜਿਹੜੀ ਡੈਥਸ ਦਵਾਈਆਂ ਜਾ ਰਹੀਆਂ ਨੇ, ਉਹ ਸਰਕਾਰ ਲੁਕਾਉਣ ਦੀ ਕੋਸ਼ਿਸ਼ ਕਰਦੀ ਹੈ। ਤਾਂ ਫਿਗਰ ਅਕੋਰਡਿੰਗ ਟੂ ਪੀਪਲ ਵਾਟ ਟੈਲ ਅਸ ਇਜ਼ ਆਲਮੋਸਟ 100। ਔਰ ਜਿਸ ਦਿਨ ਪਹਿਲੇ ਦਿਨ ਇਹ ਪੁੱਛੋ ਕਿ ਜਿਹੜੀ ਪਹਿਲੀ ਡੈਥਸ ਹੋਈਆਂ ਨੇ ਇਨ ਮੁੱਛਲ ਪਿੰਡ, ਉਹਨਾਂ ਦੇ ਪੁਲਿਸ ਨੇ ਪੋਸਟਮਾਰਟਮ ਕਿਉਂ ਨਹੀਂ ਕਰਾਇਆ? ਔਰ ਉੱਥੇ ਬੁਲਾ ਕੇ ਪਰਿਵਾਰਾਂ ਨੂੰ ਕਿਹਾ ਜਾ ਰਿਹਾ ਸੀਗਾ ਕਿ ਤੁਸੀਂ ਕਹਿਣਾ ਹਾਰਟ ਅਟੈਕ ਹੋਇਆ। ਮਤਲਬ ਇਹ ਸਾਰਾ ਕੁਝ ਤਾਂ ਪੁਲਿਸ ਤਾਂ ਕਲੀਅਰਲੀ ਇਨਵੋਲਵਡ। ਸੋ ਇਹ ਡੀਐਸਪੀ ਐਸਐਸਪੀ ਜਿਹੜਾ ਇਹ ਤਰਨਤਾਰਨ ਵਾਲਾ ਧਰੁਵ ਧਈਆ, ਉਹਨੂੰ ਤਾਂ ਰਿਪੋਰਟ ਕਰਤਾ, ਚੱਕ ਕੇ ਮਜੀਠੇ ਲਾਤਾ, ਸਾਡੇ ਅੰਮ੍ਰਿਤਸਰ ਰੂਰਲ ਲਾਤਾ ਕਿ ਹੁਣ ਤਰਨਤਾਰਨ ਦਾ ਤੂੰ ਕੰਮ ਕਰਿਆ, ਹੁਣ ਇੱਥੇ ਕਰਦੀ। ਸੋ ਜਿਹੜੀ ਸੀਐਮ ਸਾਹਿਬ ਦੀ ਇਹ ਮੈਜਿਸਟਰਲ ਇਨਕੁਆਇਰੀ ਇਜ਼ ਆਲ ਅ ਫਾਰਸ। ਜਿਵੇਂ ਦੁਸ਼ਹਿਰਾ ਵਾਲਿਆਂ ਦਾ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ, 60-65 ਲੋਕ ਮਰੇ, ਕਿਸੇ ਨੂੰ ਇਨਸਾਫ ਮਿਲਿਆ, ਅੱਜ ਤੱਕ ਕਿਸੇ ਤੇ ਕਾਰਵਾਈ ਹੋਈ। ਤੇ ਇੱਕ ਸੁਪਰਿੰਟੈਂਡੈਂਟ ਚੱਕਤਾ, ਉਹ ਸੁਪਰਿੰਟੈਂਡੈਂਟ ਨੇ ਮਨਾਇਆ ਸੀ ਦੁਸ਼ਹਿਰਾ। ਸੇਮ ਵੇ ਇੱਕ ਆਈ ਵਾਸ਼ ਹੈ। ਐਂਡ ਵੀ ਟੋਟਲੀ ਰਿਜੈਕਟ ਜਿਹੜਾ ਸੀਐਮ ਸਾਹਿਬ ਦੀ ਇਹ ਜਿਹੜਾ ਡਾਇਵਰਸ਼ਨਰੀ ਟੈਕਟਿਕਸ ਉਹਨਾਂ ਨੇ ਕੀਤੀ for his own sin and his Congress party sin. He is ਜਿਹੜਾ ਧਿਆਨ ਭਟਕਾਊ ਕੰਮ ਹੈ ਕਿਸੇ ਹੋਰ ਨਾਲ ਕਰਨ, ਵੀ ਟੋਟਲੀ ਰਿਜੈਕਟਡ। ਤੁਸੀਂ ਕੁਝ ਪੁੱਛਣਾ ਚਾਹੁੰਦੇ ਤਾਂ ਦੱਸੋ ਜੀ। ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਹੁਣ ਕਾਰਵਾਈ ਕਰ ਰਹੇ ਹਾਂ, ਪੂਰੇ ਪੰਜਾਬ ਭਰ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਰਾਜਪੁਰਾ ਚ ਦੇਖਿਆ ਜਿੱਥੇ ਢਾਬਾ ਗ੍ਰੀਨ ਢਾਬਾ ਜਿੱਥੇ ਡੀਜ਼ਲ ਬਣਿਆ ਗਿਆ, ਉਹਦਾ ਗ੍ਰਿਫਤਾਰੀਆਂ ਦਿਖਾਈਆਂ ਗਿਆ। ਤੁਹਾਨੂੰ ਲੱਗਦਾ ਹੈ ਕਿ ਬਾਕੀ ਸਰਕਾਰ ਸੀਰੀਅਸਲੀ ਅਸੀਂ ਸਿਰਫ ਆਈ ਵਾਸ਼ ਇਹ ਸਾਰਾ ਜੀ ਆਈ ਵਾਸ਼ ਕਵਰ ਅਪ ਡਾਇਵਰਸ਼ਨਰੀ ਟੈਕਟਿਕ ਹੈ। ਦੇਖੋ ਲਾਸ ਜੀ, ਜਿਸ ਲਾਸ ਦੇ ਬਾਰੇ ਕੈਬਨਿਟ ਤੱਕ ਰੌਲਾ ਪੈ ਗਿਆ ਔਰ ਜੇ ਚੀਫ ਸੈਕਟਰੀ ਦੇ ਨਾਲ ਰੌਲਾ ਪਿਆ, ਉਹ ਤਾਂ ਮੰਤਰੀ ਵੀ ਨਵਾਜਤੇ ਗਏ ਤੇ ਚੀਫ ਸੈਕਟਰੀ ਵੀ ਨਵਾਜਤਾ। ਜਿਹੜਾ 5600 ਕਰੋੜ ਦਾ ਲਾਸ ਦਾ ਕੀ ਹੋਇਆ? ਉਹ ਐਮਐਲਏ ਕਿੱਧਰ ਗਏ ਜਿਹੜੇ ਰੌਲਾ ਪਾਉਂਦੇ ਸੀ? ਜਿਨ੍ਹਾਂ ਦਾ ਘਰ ਪੂਰਾ ਹੋ ਗਿਆ ਚੁੱਪ ਕਰਕੇ, ਮਗਰ ਖਜ਼ਾਨੇ ਨੂੰ ਤਾਂ ਕੁੰਡਾ ਕਰ ਗਏ। ਔਰ ਅੱਜ 100 ਤੋਂ ਵੱਧ ਕੀਮਤੀ ਜਾਨਾਂ ਪੰਜਾਬੀਆਂ ਦੀ ਚਲੀ ਗਈਆਂ। ਇਹ ਸਾਰਾ ਡਰਾਮਾ ਹੋ ਰਿਹਾ ਜੀ। ਝਿਲਮੇ ਢਾਬਾ ਕਿੱਥੇ? ਚਲੋ ਉੱਥੇ ਕਰੋ ਰੇਡ, ਮਗਰ ਜੋ ਮਾਝੇ 'ਚ ਹੋਇਆ ਉਹਦੇ ਲਈ ਜ਼ਿੰਮੇਵਾਰ ਬੰਦਿਆਂ ਦੇ ਖਿਲਾਫ ਕੀ ਕਾਰਵਾਈ ਹੈ? ਇਹ ਸਾਰੇ ਐਮਐਲਏ ਦੇ ਇਸ਼ਾਰੇ ਤੇ ਐਸਐਚਓ ਲੱਗ ਰਹੇ ਸੀ, ਇਹਨਾਂ ਦੇ ਇਸ਼ਾਰੇ ਤੇ ਐਕਸਾਈਜ਼ ਵਾਲੇ ਲੱਗ ਰਹੇ ਸੀ, ਇਹਨਾਂ ਦੇ ਇਸ਼ਾਰੇ ਤੇ ਸਾਰਾ ਕੰਮ ਚੱਲ ਰਿਹਾ ਸੀ। ਉਹਨਾਂ ਦੇ ਤਾਂ ਜ਼ਿਕਰ ਕਿੱਥੇ ਨਹੀਂ। ਹਾਂਜੀ ਦੇਖੋ, ਇਹ ਕਮੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਡੀਜੀਪੀ ਤੋਂ ਲੈ ਕੇ ਇਹਨਾਂ ਦੀ ਸਰਕਾਰ ਸਮੁੱਚੀ ਦੀ ਫੇਲ ਹੈ। ਫਿਰ
ਸ਼ਰਾਬ ਦਾ ਜੀ ਸਭ ਨੂੰ ਪਤਾ ਵਿਕਰੀ ਹੈ, ਨੂੰ ਵੀ ਪਤਾ ਵਿਕਰੀ ਹੈ। ਜਿਹੜੇ ਲੋਕ ਵੇਚ ਰਹੇ ਆਲਕੋਹਲ ਐਕਸਾਈਜ਼ ਦੀ ਚੋਰੀ ਹੈ, ਉਹ ਕਰੋੜਾਂ ਦੇ ਕਿੱਥੇ ਜਾ ਰਹੇ ਸੀ? ਕਿਸੇ ਹੁਕਮਰਾਨ ਦੀ ਜੇਬ 'ਚ ਜਾ ਰਹੇ ਸੀ, ਕਦੇ ਕੋਈ ਕਾਰਵਾਈ ਨਹੀਂ ਹੋ ਰਹੀ ਸੀ। ਔਰ ਅੱਜ ਵੀ ਤੁਸੀਂ ਵੇਖੋ 302 ਦੇ ਪਰਚੇ ਨਹੀਂ ਦਿੱਤੇ, ਪਰਚੇ ਦਿੱਤੇ ਕਈ ਜਗ੍ਹਾ 6114 ਦੇ, ਉਹ ਜਿਹੜਾ ਐਕਸਾਈਜ਼ ਐਕਟ ਹੈ। ਇੱਕ ਦੋ ਜਗ੍ਹਾ ਜ਼ਰੂਰ ਇਹਨਾਂ ਨੇ 304 ਲਾਤੀ ਹੈ, ਸਾਰੇ ਪਰਚੇ 302 ਦੇ ਹੋਣੇ ਚਾਹੀਦੇ। ਐਸਐਸਪੀ ਜਿੱਥੇ 70-75 ਕੀਮਤੀ ਜਾਨਾਂ ਚਲੇ ਗਈਆਂ ਕਿ ਜ਼ਿਲ੍ਹੇ 'ਚ, ਕੀ ਉੱਥੋਂ ਦਾ ਐਸਐਸਪੀ ਨੂੰ ਉਹ ਜ਼ਿੰਮੇਵਾਰ ਨਹੀਂ ਹੈ ਕਿ ਗਾਂ ਕੋਈ ਨਾ ਕਰੇ? ਜਿਵੇਂ ਵਿਕਾਸ ਦੁਬੇ ਦੇ ਕੇਸ 'ਚ ਜਿਵੇਂ ਯੋਗੀ ਨੇ ਅਖੀਰ 'ਚ ਕਿੱਡੀ ਸਖਤ ਕਾਰਵਾਈ ਕੀਤੀ, ਜਿਨ੍ਹਾਂ ਪੁਲਿਸ ਵਾਲਿਆਂ ਨੇ ਮੁਖਬਰੀ ਕੀਤੀ ਸੀ ਉਹਨਾਂ ਤੇ ਵੀ ਐਕਸ਼ਨ ਹੋ ਗਿਆ। ਇਹ ਕੈਪਟਨ ਅਮਰਿੰਦਰ ਸਿੰਘ ਦਾ ਹਲੇ ਆ ਵਿਚਾਰੇ ਛੋਟੇ ਅਫਸਰਾਂ ਨੂੰ, ਉਹਨਾਂ ਦੀ ਕਾਹਦੀ ਗਲਤੀ ਹੈ? ਇਹ ਬਚਾ ਰਹੇ ਆ ਵੱਡੇ ਲੀਡਰਾਂ ਨੂੰ ਇਸ ਚੱਕਰ 'ਚ। ਨਪਿੰਦਰ ਜੀ ਅਸ਼ਵਨੀ ਸ਼ੇਖੜੀ ਸਾਹਿਬ ਵੀ ਇਹੀ ਕਹਿ ਰਹੇ ਆ। ਔਰ ਨਪਿੰਦਰ ਜੀ ਉਹ ਵੀਡੀਓ ਤੁਸੀਂ ਭੁੱਲ ਗਏ ਜਿਹੜੀ ਹਰਮਿੰਦਰ ਗਿੱਲ ਦੀ ਸੀ, ਜਿਹੜਾ ਥਾਣੇਦਾਰ ਨੂੰ ਕਹਿ ਰਿਹਾ ਸੀ ਤੂੰ ਜਾਣਦਾ ਨਹੀਂ ਮੈਂ ਕੌਣ ਆ, ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ। ਉਹ ਕਹਿੰਦਾ ਮੈਂ ਬੁਲਾ ਤਾਂ ਰਿਹਾ ਸਤਿ ਸ੍ਰੀ ਅਕਾਲ, ਕਹਿੰਦਾ ਨਹੀਂ ਸਤਿ ਸ੍ਰੀ ਅਕਾਲ ਨਹੀਂ ਬੁਲਾਈ। ਕਿਹੜੀ ਸਤਿ ਸ੍ਰੀ ਅਕਾਲ ਸੀ? ਕਿ ਸਾਡੇ ਇਸ਼ਾਰੇ ਤੇ ਚੱਲੋ, ਸਾਡੇ ਇਸ਼ਾਰੇ ਤੇ ਨੱਚੋ, ਔਰ ਜੋ ਅਸੀਂ ਗਲਤ ਕੰਮ ਕਹਿੰਦੇ ਉਹ ਕਰੋ, ਨਹੀਂ ਤਾਂ ਤੁਹਾਡਾ ਇੱਥੇ ਥਾਣੇਦਾਰ ਨਹੀਂ ਰਹਿ ਸਕਦੇ। ਸਾਰੇ ਇਹ ਐਸਐਚਓ ਇਜ਼ ਅ ਵੈਰੀ ਸਮਾਲ ਫਰਾਈ। ਅਸਲ ਜ਼ਿੰਮੇਵਾਰ ਇਹਦੇ ਐਮਐਲਏ ਨੇ, ਜਿਹੜੇ ਸਾਡੇ ਇਸ ਇਲਾਕੇ ਦੇ ਕਾਂਗਰਸ ਐਮਐਲਏ ਨੇ, ਤੇ ਐਸਐਸਪੀ ਨਾਲ ਸ਼ੁੱਡ ਬੀ ਬੁੱਕਡ ਇਹਦੇ 'ਚ। ਹਾਊ ਇਜ਼ ਐਸਐਸਪੀ escaping? ਉਹਦਾ ਫਿਰ ਲਾਅ ਐਂਡ ਆਰਡਰ ਕੀ ਉਹਨੇ ਸੰਭਾਲਿਆ? ਜਿਹਨੂੰ ਪਤਾ ਸੀ। ਇਹ ਇੱਕ ਲਾਸਟ ਗੱਲ ਮੇਰੀ ਲਾਸਟ ਗੱਲ ਐਸਐਸਪੀ ਇਜ਼ ਅ ਨੋਨ ਅਕੰਪਲਿਸ। ਉਹ ਜਾਣਦੇ ਹੋਏ ਉਹਨੇ ਅੱਖਾਂ ਬੰਦ ਕੀਤੀਆਂ, ਇਜ਼ ਅ ਨੋਨ ਅਕੰਪਲਿਸ। ਇੱਕ ਬ੍ਰਦਰ ਜੀ ਲਾਪਰਵਾਹੀ ਸੀਐਮ ਸਾਹਿਬ ਦਾ ਸ਼ੁੱਡ ਰਿਜ਼ਾਈਨ, ਹੀ ਸ਼ੁੱਡ ਸਟੈਪ ਡਾਊਨ। ਜਿੱਡੀ ਵੱਡੀ ਫੇਲੀਅਰ ਉਹਨਾਂ ਦੀ ਪੁਲਿਸ ਦੀ ਸਾਬਿਤ ਹੋਈ ਹੈ, ਔਰ ਜਿੰਨੀ ਵੱਡੀ ਫੇਲੀਅਰ ਐਕਸਾਈਜ਼ ਮਹਿਕਮੇ ਦੀ ਹੋਈ ਹੈ, ਮਗਰ ਵੱਡੀ ਗੱਲ ਵੇਖੋ ਕਿ ਇਹ ਜਿਹੜਾ ਜਿੱਥੇ ਸੀਐਮ ਦੀ ਤੇ ਗਲਤੀ ਹੈ ਹੀ, ਮਗਰ ਜਿਹੜੇ ਡਿਸਟ੍ਰਿਕਟ ਲੈਵਲ 'ਚ ਜਿਹੜਾ ਐਸਐਚਓ, ਚੌਕੀ ਇੰਚਾਰਜ, ਮੁਨਸ਼ੀ, ਡੀਐਸਪੀ, ਇਹ ਤੁਹਾਨੂੰ ਨਹੀਂ ਪਤਾ ਕਿ ਲਿਸਟਾਂ ਕੌਣ ਬਣਾ ਰਿਹਾ? ਅਸ਼ਵਨੀ ਸ਼ੇਖੜੀ ਜੀ ਦੱਸ ਰਿਹਾ ਕਿ ਸਾਡੀ ਰეკਮੈਂਡੇਸ਼ਨ ਤੇ ਲੱਗਦੇ ਆ। ਉਹਨਾਂ ਨੇ ਬਟਾਲੇ ਦੀ ਗੱਲ ਕੀਤੀ ਹੈ ਕਿ ਕਿਹੜੇ ਵਜ਼ੀਰ ਨੇ ਲਗਾਇਆ। ਹਾਊ ਆਰ ਦੋਸ ਪੀਪਲ ਨਾਟ ਰਿਸਪੌਂਸਿਬਲ? ਇਸ਼ਾਰਾ ਵੀ ਦਿੱਤਾ ਸੀਗਾ ਕਿ ਕਿਹੜੇ ਕਿਹੜੇ ਪੋਲੀਟੀਕਲ ਲੋਕ ਸ਼ਾਮਲ ਨੇ, ਪਰ ਉਹਨਾਂ ਨੇ ਮੇਰੀ ਚਿੱਠੀ ਦਾ ਜਵਾਬ ਦੇਣਾ ਵੀ ਮੁਨਾਸਬ ਨਹੀਂ ਸਮਝਿਆ। ਫਿਰ ਮੈਂ ਹਾਈ ਕਮਾਂਡ ਤੱਕ ਵੀ ਚਿੱਠੀ ਲਿਖੀ, ਹਾਈ ਕਮਾਂਡ ਨੇ ਵੀ ਕੋਈ ਐਕਸ਼ਨ ਨਹੀਂ ਲਿਆ। ਇਹਦਾ ਮਤਲਬ ਕਿ ਹਾਈ ਕਮਾਂਡ ਨੂੰ ਵੀ ਨਾ ਸਾਡੀਆਂ ਗੱਲਾਂ ਦਾ ਪਤਾ, ਉਸ ਦੇ ਬਾਵਜੂਦ ਵੀ ਜੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਤਾਂ ਹਾਈ ਕਮਾਂਡ ਤੋਂ ਵੀ ਉੱਪਰ ਕੱਦ ਹੋ ਗਿਆ ਕੈਪਟਨ ਅਮਰਿੰਦਰ ਸਿੰਘ ਸਾਹਿਬ। ਗਗਨ ਜੀ ਇਹ ਗੱਲਾਂ ਤਾਂ ਬੜੀ ਕਲੀਅਰ ਹੈ ਕਿ ਇਹ ਸਾਰੇ ਗੋਰਖ ਧੰਦੇ ਦੀ ਕਮਾਈ ਦੇ ਪੈਸੇ ਲੱਗਦਾ ਹੈ ਹਾਈ ਕਮਾਂਡ ਤੱਕ ਜਾ ਰਹੇ ਆ। ਤਦੇ ਤਾਂ ਈਡੀ ਨੂੰ ਰਿਕਾਰਡ ਕੋਈ ਨਹੀਂ ਦੇ ਰਹੇ, ਤਦੇ ਕਾਰਵਾਈ ਕੋਈ ਨਹੀਂ ਹੋ ਰਹੀ। ਦੇਖੋ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਕੀ ਹੈ? ਜਿਹੜਾ ਰੋਪੜ 'ਚ ਕਰਫਿਊ ਦੌਰਾਨ ਠੇਕਾ ਚੱਲਦਾ ਸੀ, ਸਾਹਮਣੇ ਫੜਿਆ ਗਿਆ, ਲਾਈਵ ਰਿਕਾਰਡਿੰਗ ਹੋਈ, ਉਹ ਐਸਡੀਐਮ ਦੀ ਬਦਲੀ ਹੋ ਗਈ, ਉਹਨਾਂ ਤੇ ਕਾਰਵਾਈ ਕੋਈ ਨਹੀਂ ਹੋਈ। ਮਜੀਠੀਆ ਸਾਹਿਬ, ਤੁਹਾਨੂੰ ਲੱਗ ਨਹੀਂ ਰਿਹਾ ਹੈਗਾ ਵੀ ਜਿਹੜੇ ਖੰਡਾ ਤੇ ਰਾਜਪੁਰੇ ਦੀਆਂ ਦੋ ਜਿਹੜੀਆਂ ਫੈਕਟਰੀਆਂ ਫੜੀਆਂ ਗਈਆਂ ਤੇ ਸਰਕਾਰ ਉਸ ਸਮੇਂ ਸਖਤ ਹੁੰਦੀ ਤਾਂ ਅੱਜ ਜਿਹੜੇ 96 ਦਾ ਆંકੜਾ ਨਾ ਪਹੁੰਚ ਪਾਉਂਦਾ ਤੇ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਸੀਗੀਆਂ। 100% ਉਸ ਸਮੇਂ ਵੀ ਸਿੱਟ ਬਣਾ ਦਿੱਤੀ ਗਈ, ਉਸ ਦੌਰਾਨ ਵੀ ਜਿਹੜੀ ਸਿੱਟ ਦੀ ਇਨਕੁਆਇਰੀ ਵੀ ਸ਼ੁਰੂ ਕਰ ਦਿੱਤੀ ਗਈ। ਪੁਲਿਸ ਵੱਲੋਂ ਬਾਰ-ਬਾਰ ਵੀ ਜਿਹੜੇ ਲੋਕ ਸੀਗੇ ਉਹਨਾਂ ਨੂੰ ਫੜਿਆ ਵੀ ਗਿਆ ਤੇ ਛੱਡ ਵੀ ਦਿੱਤਾ ਗਿਆ। ਦੇਖੋ 100% ਇਹ ਗੱਲ ਕਲੀਅਰ ਹੈ ਜੀ। ਜੇ ਪਹਿਲੇ ਦਿਨ ਜਦੋਂ ਅਖਬਾਰਾਂ 'ਚ ਤੁਸੀਂ ਸਾਰਿਆਂ ਨੇ ਇਹਨੂੰ ਹਾਈਲਾਈਟ ਕੀਤਾ, ਜੇ ਕਾਰਵਾਈ ਹੋ ਜਾਂਦੀ ਤੇ ਅੱਜ 100 ਤੋਂ ਵੱਧ ਕੀਮਤੀ ਜਾਨਾਂ ਬਚ ਜਾਣੀਆਂ ਸਨ।
और यही कारण है किथे ना किथे राइट टू द टॉप कोई मिली इन्वॉल्वमेंट है या सियासी मजबूरी है आपके एमएलए इकट्ठे रखने की कि ना माइनिंग ते कोई एक्शन हो रहा, ना नजायज शराब के मुद्दे ते कोई एक्शन हो रहा, ना तुसी ईडी नूं रिकॉर्ड देना चाहो। इसलिए तो रल मिल के सारा काम चल रहा। हुण कि कोई समझे कि पंजाबी एडे बुद्धू ने, पंजाबी एडे बेवकूफ ने, उन्होंने समझ नहीं आती। 4 SHO तुसी झटका दो या ETO झटका दो, उसकी बदली किने कराई, उन्होंने लवाया कि रिकमेंडेशन से बंदे तो वो झटकाने वाले जिन्होंने उन्होंने पोस्टिंग की ते जिन्होंने उन्होंने सिफारिश की। हाँ जी, एक देखो ब्रदर, मैं एक प्रेसिडेंट सरकार ने सैट किया है। जदों दशहरा की ट्रैजेडी हुई है उदों भी सरकार ने उत्थे 5 लाख रुपया दिता ते नाल उन्होंने नौकरी का वायदा किया, जिहड़ा चलो 2 साल नहीं दिती, मगर साडे रौले तो बाद कईयां नूं कुछ हद तक नौकरी मिली, हले भी कईयां नूं नहीं मिली है। मैं अज भी डिमांड करता है, नलायकी सरकार की सी, गलती MLA हुक्मराना की है, गलती थोड़े SSP की है ना, वो गरीब लोग है। हुण उन्होंने मुआवजा भी दो, उन्हों का ब्रैड अर्नर कोरोना के समय के विच वो जाके बाहर अपने परिवार की परवरिश लई मेहनत कर रहा सी, वो चले गया है, उन्होंने कोई सपोर्ट तो दोगे। दैट्स वाई दे आर डिमांडिंग हेल्प फ्रॉम द गवर्नमेंट एंड दे आर डिमांडिंग इन फेयर इन्वेस्टिगेशन, गिल्टी शुड बी बुक्ड कि गां यह काम ना हो एक सरकारी नौकरी सरकार ने गरीबों के भले भी बनी है। अज गरीबों का नुकसान सरकार की नलायकी करके होया है। सरकार देखो जी, ये स्टेट पैटर्नाइज मर्डर है। ਇਹ कांग्रेस के MLA के इशारे से मर्डर होया, उन्होंने मिली भुगत नाल होया। जे कार्रवाई नहीं होगी तो स्वाभाविक है फिर सानू कोर्टां च जाना पऊगा जी। इससे पहले ड्रग्स के मामलों में भी वो कह देते हैं कि अभी भी हम कवर अप करने की कोशिश कर रहे हैं, खजाने की बात उन्होंने वो कहते हैं कि अकाली दल सरकार की और पूरा खजाना साफ हो गया। अब वो कह रहे हैं कि अकाली दल इस पूरे मामले को राजनीतिक रंग ना दे, क्योंकि इससे पहले 2012 में 2016 में गुरदासपुर और बटाला में भी इस तरह के मामले हुए थे। तो आपको लगता है कि अभी 4 साल कांग्रेस सरकार होने वाले हैं, लेकिन हर चीज का ठीकरा वो आपके सभी छोड़ देते हैं। देखो, मैं ये इसीलिए मैंने शुरू पे बात शुरू करी थी कि ये डाइवर्जनरी टैक्टिक्स है सीएम के, ये ध्यान भटकाने वाले सीएम के टैक्टिक्स है। 100 से ज्यादा लोग कब मरे हैं यार, आप निकालो। आपको पिछले 20 सालों में नहीं याद आएगा कि 100 से ज्यादा लोग एक झटके में सरकार की नलायकी करके मर गए और इतना बड़ा नुकसान हुआ। अभी भी कवर अप हो रहा है, कईयों का पोस्टमार्टम नहीं कराया जा रहा कि दिखाने के लिए ये क्या नेचुरल डेथ है। इनका तो कोई पता नहीं है, कोरोना डेथ भी 10 बता देंगे। हाँ जी, साडे MLA साहब ने जी, एक्स MLA हरमीत संधू साहब ने। ਸਵੇਰੇ 8 ਵਜੇ 15-20 ਮਾਰਚ ਕਰਕੇ ਜਿਵੇਂ ਉਹਨਾਂ ਨੇ ਪੱਪੋ ਤੋਂ ਕੰਮ ਸ਼ੁਰੂ ਕੀਤਾ, ਹਸਪੀਟਲ 'ਚ ਉਹ ਲੇਡੀਜ਼ ਨੂੰ ਟੁੱਟਣ ਆ ਗਏ, ਲੀਡ ਦੇ ਥਰੂ ਆ ਗਏ, ਆਪ ਆ ਗਏ। ਅੱਜ ਵੀ ਉਹਨੇ ਸਵੇਰੇ ਕੰਮ ਕਰਨ ਜਿਹੜੀਆਂ 8-9 10 ਡੈਥ ਹੋਈਆਂ ਤੇ ਉਹਨਾਂ ਦੇ ਘਰਾਂ 'ਚ ਜਾ ਕੇ ਸਵੇਰੇ ਮਾਰਚ ਕਰਦੇ ਔਰ ਉੱਥੇ ਉਹਨਾਂ ਔਰ ਉੱਥੇ ਗਏ ਔਰ ਜਿਹੜੀਆਂ ਉਹ ਲੇਡੀਜ਼ ਜਿਹੜੀਆਂ ਨੇ ਉੱਥੇ ਜਿਹਦਾ ਪੁੱਤ ਮਰ ਗਿਆ ਸੀ, ਉਹਦੀ ਮਾਂ ਨੇ, ਜਿਹਦਾ ਭਰਾ ਮਰ ਗਿਆ ਸੀ, ਉਹਦੀ ਭੈਣ ਨੇ ਅੱਜ ਉੱਥੇ ਪੂਰਾ ਇਸ ਗੱਲ ਦਾ ਕਲੀਅਰ ਕੱਟ ਕੀਤਾ ਕਿ ਇਹ ਜਰਮਨ ਟੀਮ ਜਿਹੜਾ ਆ ਉਹ ਜਿਹੜਾ ਗੁਨਾਹਗਾਰ ਆ, ਇਹ ਜਿਹੜੇ ਪੈਸੇ ਲੈ ਲੈ ਕੇ ਸ਼ਰਾਬ ਜਿਹੜੀ ਆ ਉਹ ਘਰਾਂ ਤੱਕ ਪਹੁੰਚਾਉਂਦਾ। ਇਹ ਅੱਜ ਦੀ ਗੱਲ ਆ, ਅੱਜ ਸੁਬਾਹ ਦੀ ਗੱਲ ਹੈ। ਔਰ
ਜਰਮਨ ਫੇਰ ਉਸੇ ਤਰੀਕੇ ਨਾਲ ਹੋਈਆਂ ਨੇ ਉੱਥੇ ਉਹਨਾਂ ਨੂੰ ਸਰਕਾਰ ਉਹ ਹਾਂ ਉਹ ਇਹ ਦੇਖੋ ਕਿੰਨੀ ਇੱਕ ਵੱਧ ਕਿਸਮ ਦੀ ਵਾਲੀ ਗੱਲ ਆ ਔਰ ਕਿੰਨੀ ਮਤਲਬ ਕਿੰਨੀ ਸ਼ਹਿਰ ਆ ਐਮਐਲਏ ਦੀ ਔਰ ਇੱਥੇ ਬਸ ਨਹੀਂ ਗਈ ਇਹਨਾਂ ਨੇ ਜਿਹੜਾ ਅਗਨੀ ਆਸਟ੍ਰੇਲੀਆ ਤਰਨਤਾਰਨ ਤੁਹਾਨੂੰ ਇੱਕ ਮੈਂ ਸ਼ਾਮ ਸਿੰਘ ਦੱਸਿਆ ਤੇ ਇੱਕ ਬਰਿਆਮ ਸਿੰਘ ਦੱਸਿਆ ਉਹਦੀ ਫੋਟੋ ਵਿਖਾ ਦਿਓ ਜੀ। ਇਹ ਮਾਫੀਆ ਨੇ ਐਡੇ ਵੱਡੇ ਮਾਫੀਆ ਨੇ ਉਹਨਾਂ ਦੇ ਮਰਾਸਪੁਰਾ ਇੱਕ ਬੜੀ ਇਹੋ ਜਿਹੀ ਇੱਕ ਪਹਿਲਾਂ ਪਿੰਡ ਹੁੰਦਾ ਸੀ ਪਰ ਉਹ ਸ਼ਹਿਰ ਦੇ ਵਿੱਚ ਆ ਗਿਆ ਔਰ ਤੁਸੀਂ ਹੈਰਾਨ ਹੋਵੋਗੇ ਉਸ ਮਾਰਕੀਟ ਵੱਲ ਅੱਜ ਤੱਕ ਕਿਸੇ ਨੇ ਵੇਖਿਆ ਨਹੀਂ ਅੱਜ ਤੱਕ ਕੋਈ ਉੱਧਰ ਜਾਂਦਾ ਨਹੀਂ ਸੀਗਾ ਔਰ ਸਾਡੇ ਟਾਈਮ ਦੇ ਉੱਤੇ ਅਸੀਂ 6-7 ਬੱਚੇ ਦਿੱਤੇ ਸੀ ਉਹਨਾਂ ਨੂੰ ਅੰਦਰ ਵੀ ਭੇਜਿਆ ਸੀ ਅਕਾਲੀ ਦਲ ਦੀ ਸਰਕਾਰ ਨੇ ਸੋ ਇਹੋ ਜਿਹੇ ਜਿਹੜੇ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਜਿਹੜਾ ਇਹ 7-8 ਦਿਨ ਪਹਿਲਾਂ ਇਹ ਸਭ ਤੋਂ ਪਹਿਲਾਂ ਜਿਹੜਾ ਇਹ ਕਾਂਡ ਹੋਇਆ ਟੌਰ ਪਿੰਡ 'ਚ ਹੋਇਆ 7-8 ਦਿਨ ਪਹਿਲਾਂ ਔਰ ਮੀਡੀਆ ਕੋਲ ਅਸੀਂ ਪਹੁੰਚੇ ਸਾਨੂੰ ਪਤਾ ਸੀ ਅਫਸਰ ਤੇ ਉਹਨਾਂ ਦੇ ਲੱਗੇ ਆ ਗੁਰਜੀਤ ਚੌਂਕੀ ਵਾਲੇ ਨੂੰ ਜਾ ਕੇ ਰਿਪੋਰਟ ਕੀਤੀ ਸਾਡੇ ਸਾਬਕਾ ਸਰਪੰਚ ਨੇ ਕੋਈ ਐਕਸ਼ਨ ਨਹੀਂ ਡੀਐਸਪੀ ਨੇ ਰਿਪੋਰਟ ਕੀਤੀ ਕੋਈ ਐਕਸ਼ਨ ਨਹੀਂ ਸੋਸ਼ਲ ਮੀਡੀਆ ਤੇ ਕਿਹਾ ਤੁਸੀਂ ਹੈਰਾਨ ਹੋਵੋਗੇ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਨਸ਼ਾ ਤਸਕਰ ਨੇ ਭਾਵੇਂ ਉਹ ਚਵਾਲਦੇ ਨੇ ਭਾਵੇਂ ਉਹ ਇਲਾਕੇ ਦੇ ਨੇ ਉਹਨਾਂ ਨੇ ਮੀਡੀਆ ਦੇ ਉੱਤੇ ਵਾਇਰਲ ਕੀਤੀਆਂ ਉਹਨਾਂ ਦੇ ਐਡਰੈਸ ਵਾਇਰਲ ਕੀਤੇ ਉਹਨਾਂ ਜਿੱਥੇ ਜਿੱਥੇ ਉਹ ਸਪਲਾਈ ਕਰਦੇ ਉਹਨਾਂ ਨੇ ਇੱਥੋਂ ਤੱਕ ਨਸ਼ਰ ਕਰਤਾ ਕਿ ਐਸ ਸਕੂਟਰ ਦੇ ਉੱਤੇ ਆਹ ਲੇਡੀ ਆਉਂਦੀ ਆ ਤੇ ਆਹ ਵੇਚਦੀ ਆ ਉਹਨਾਂ ਨੇ ਇੱਥੋਂ ਤੱਕ ਗੱਡੀਆਂ ਦੇ ਨੰਬਰ ਤੱਕ ਦੱਸਦੇ ਐਸਐਸਪੀ ਨੂੰ ਕਿ ਉੱਥੇ ਐਸਐਸਪੀ ਸਾਹਿਬ ਦਾ ਕੋਈ ਕਸੂਰ ਨਹੀਂਗਾ ਤਾਂ ਵੀ ਫੇਰ ਵੀ ਐਸਐਸਪੀ ਨੇ ਕੋਈ ਐਕਸ਼ਨ ਨਹੀਂ ਲਿਆ। ਤੁਸੀਂ ਵੇਖੋ ਸਕੂਟਰਾਂ ਦੇ ਨੰਬਰ ਦਿੱਤੇ ਕਾਰ ਜਿਹੜੀ ਰੋਜ਼ ਸਮਾਨ ਢੋਦੀ ਸੀ ਉਹਨਾਂ ਦੇ ਨੰਬਰ ਦਿੱਤੇ ਉਹਨਾਂ ਦੇ ਘਰਾਂ ਦੇ ਐਡਰੈਸ ਦਿੱਤੇ ਟੈਲੀਫੋਨ ਨੰਬਰ ਦਿੱਤੇ ਜਿਹੜੇ ਟੈਪ ਹੋ ਸਕਦੇ ਸੀ ਕੋਈ ਐਕਸ਼ਨ ਨਹੀਂਗਾ। ਆਹ ਫੋਟੋ ਮੈਂ ਦਿਖਾ ਰਿਹਾ ਜਿਹੜਾ ਸ਼ਰਾਬ ਦੇ ਕੰਮ 'ਚ ਹੋਇਆ ਹੈ ਭੇਟ ਕਰ ਰਿਹਾ ਇਹ ਬੰਦੇ ਤੇ ਪਰਚਾ ਹੋਇਆ ਜਿਹੜਾ ਨਿਕੂ ਜਾਓ ਤੇ ਪਰਚਾ ਹੋਇਆ ਮਗਰ ਇਹਦਾ ਰੌਲਾ ਤਾਂ ਕਿੰਨੀ ਵਾਰੀ ਪਿਆ ਉੱਥੇ ਹਾਲ ਦੇਖ ਲਓ ਇਹ ਹਾਲ ਹਸਪਤਾਲ ਦਾ ਹਾਲ ਦੇਖ ਲਓ ਵਿਖਾਉਣ ਵਾਲਾ ਨਹੀਂ ਮਗਰ ਹਾਲ ਦੇਖ ਲਓ ਕੀ ਬਣਿਆ ਪਿਆ ਉੱਥੇ ਮਤਲਬ ਦਿਸ ਇਜ਼ ਦ ਸੈਡ ਸਟੇਟ ਆਫ ਅਫੇਅਰਸ ਹਮਦਰਦੀ ਤਾਂ ਦੂਰ ਦੀ ਗੱਲ ਹੈ ਕਵਰ ਅਪ ਆਪਰੇਸ਼ਨ ਪਹਿਲਾਂ ਸ਼ੁਰੂ ਹੋ ਗਿਆ ਹਾਂਜੀ ਬਿਲਕੁਲ ਕਰਦੇ ਆ ਜੀ ਅਸੀਂ ਤਾਂ ਕੱਲ ਵੀ ਸਾਡੇ ਪ੍ਰਧਾਨ ਸਾਹਿਬ ਨੇ ਵੀ ਕੀਤੀ ਆ ਅੱਜ ਮੈਂ ਫੇਰ ਉਹ ਗੱਲ ਇਸ ਲਈ ਦੁਹਰਾ ਰਿਹਾ ਹਾਂ ਕਿਉਂਕਿ ਇਹ ਮਿਲੀ ਭੁਗਤ ਹੈ ਜੀ ਕਾਂਗਰਸ ਦੀ ਸਿੱਧੀ ਉੱਤੋਂ ਔਰ ਇਹ ਧਾਰਮਿਕ ਐਡਵਾਈਜ਼ਰ ਜਿਹੜੇ ਸੀਐਮ ਦੇ ਨੇ ਸਰਨਾ ਜੀ ਉਹਨਾਂ ਦੀ ਬੇਟੀ ਦੇ 2-3 ਟਰੱਕ ਜਿਹੜੇ ਫੜੇ ਗਏ ਉਹਨਾਂ ਤੇ ਕੀ ਕਾਰਵਾਈ ਹੋਈ ਕਿੰਨੇ ਟਰੱਕ ਨਹੀਂ ਫੜੇ ਗਏ ਸੋ ਕੰਮ ਤਾਂ ਸਾਰਾ ਕੁਝ ਜਿਹੜਾ ਐਕਸਾਈਜ਼ ਦਾ ਪੁਲਿਸ ਦਾ ਹੈ ਚਾਹੇ ਕਾਂਗਰਸ ਲੀਡਰ ਜ਼ਿਲ੍ਹੇ 'ਚ ਕਰ ਰਹੇ ਆ ਮਗਰ ਚੱਲਦਾ ਬਿਲਕੁਲ ਟੌਪ ਤੋਂ ਬਾਟਮ ਤੱਕ ਰਿਹਾ ਸਾਰੇ ਇਨਵੋਲਡ ਹੈ ਇਹਦੇ 'ਚ ਔਰ ਤੁਸੀਂ ਦੇਖੋ ਉਸ ਐਸਐਸਪੀ ਨੂੰ ਤਰਨਤਾਰਨ ਐਸਐਸਪੀ ਇਨਸਟੈਡ ਆਫ ਬੀਇੰਗ ਬੁੱਕ ਫॉर ਮਰਡਰ ਉਹਨੂੰ ਤਾਂ ਰਿਵਾਰਡ करता अमृतसर रूरल बड़ा डिस्ट्रिक्ट देके सो क्या होगा अब अमृतसर रूरल में ये काम करेगा और जितने भी एमएलए हैं उनके इशारों पे थानेदार लग रहे हैं डीएसपी लग रहे हैं पुलिस की रली मिली भुगत के बगैर ये काम चलता ही नहीं है तो व्हाई नो एक्शन अगेंस्ट देम देखो मैं अज भी एक्साइज एक्ट लाया जी कई केसेस 302 का परचा हो गया 100 तो बाद मौत 302 की धारा क्यों नहीं ला रहे
ਹਲੇ ਵੀ ਉਹ ਜਿਹੜਾ ਐਕਸਾਈਜ਼ ਐਕਟ ਹੈ ਕੱਲਾ ਉਹ ਲਾ ਕੇ ਦੇ ਆਰ ਲੀਵਿੰਗ ਪੀਪਲ। ਜਿਸ ਤਰ੍ਹਾਂ ਇੱਕ ਟ੍ਰੈਜਡੀ ਹੈਗੀ ਹੈ, ਕਾਫੀ ਵੱਡੀ ਟ੍ਰੈਜਡੀ ਹੈਗੀ ਹੈ ਜਿਹੜੀ ਅੱਜ ਤੱਕ ਪਿਛਲੇ 50 ਸਾਲ ਦੇ ਵਿੱਚ 100 ਤੋਂ ਜ਼ਿਆਦਾ ਬੰਦੇ ਸ਼ਰਾਬ ਦੀ ਸ਼ਰਾਬੀ ਨਹੀਂ ਮਰੇ ਹੈਗੇ। ਕੀ ਪੁਲਿਸ ਮੁੱਖ ਮੰਤਰੀ और जिक्र ते वो ਬੇਨਤੀ ਕਰਨਾ ਚਾਹੁੰਦਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਮੰਗਦਾ ਤੇ ਉਹਦੇ ਪਿੱਛੇ ਕਾਰਨ ਹੈ। ਕਾਰਨ ਇਹ